ਅੱਜ 32 किसान जथेबंदियां की मीटिंग हुई है पंजाब दियां दी, जिन्हां दी प्रधानगी बलदेव सिंह निहालगढ़ ने की है। सारी प्रैस नूं उही अटेंड करनगे। अगर कोई सवाल लग्या तो नाल असीं भी उन्हां दा सहयोग देवांगे। मेरे नाल बैठे ने डॉक्टर सतराम सिंह अजनाला, साडे सीनियर लीडर बलवीर सिंह राजेवाल जी बैठे ने, इन्हां दे नाल बलदेव सिंह निहालगढ़ बैठे ने, उन्हां दे नाल भोग सिंह मानसा जी बैठे ने, उन्हां दे नाल हरिंदर सिंह लखोवाल जी ते राजू भाई जी। ये असीं वख-वख जथेबंदियां दे नुमाइंदे बैठे हाँ ते शुरू करन लगे। मैं बेनती करूँगा बलदेव सिंह निहालगढ़ नूं। खुद सर बूटा सिंह बुरजगिल। सो काफ़ी समय तो बाद पंजाब ਦੀਆਂ ਜਥੇਬੰਦੀਆਂ ਦੀ ਜਿਹੜੀ ਹੈ ਅੱਜ ਮੀਟਿੰਗ ਹੋਈ ਹੈ ਨਾ, ਮੀਟਿੰਗ ਤਾਂ ਹੋਈ ਹੈ, ਪ੍ਰੈਸ ਪੀਸੀ ਹੋਈ ਹੈ ਤੇ ਮੈਂ ਸਾਰੇ ਮੀਡੀਆ ਕਰਮੀਆਂ ਦਾ ਆਪਣੇ ਵੱਲੋਂ ਤੇ ਸਾਰੇ ਲੀਡਰ ਸਾਹਿਬਾਨ ਵੱਲੋਂ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦਾ। ਸੋ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਇਹ ਸੰਯੁਕਤ ਕਿਸਾਨ ਮੋਰਚੇ ਦੀਆਂ ਆਉਣ ਵਾਲੇ ਦਿਨਾਂ ਦੀਆਂ ਸਰਗਰਮੀਆਂ ਨਾਲ ਹੀ ਸੰਬੰਧਿਤ ਹੈ, पर फिर भी असी हर मीटिंग तो संयुक्त मोर्चे तो पहला पंजाब दीयां जथेबंदियां भी अपनी एक मीटिंग करदियां ने, जिहदे विच अज असी मीटिंग दे विच होर थोड़ियां अपनियां जिहड़ियां हैगियां रोजाना दीयां नित दीयां समस्यावां उन्हां दे संबंध च भी गल कीती है। पर दो मुख मुद्दे ने जिहड़े पंजाब नाल संबंधित ने, जिन्हां दे विच असी फैसला लैण दे विच समर्थ हां। ਉਹਨੇ ਇੱਕ ਹੈਗਾ ਕਰੋਨਾ ਦੀ ਆੜ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਵੀ, ਔਰ ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰਨ ਲੱਗੇ ਹਾਂ। ਪੰਜਾਬ ਦੇ ਵਿੱਚ ਜਿਹੜਾ ਕਰੋਨਾ ਦੀ ਆੜ ਹੇਠ ਲਾਕਡਾਊਨ ਲਾਇਆ ਜਾ ਰਿਹਾ ਹੈ ਤੇ ਉਹ ਲਾਕਡਾਊਨ ਵੀ ਇਸ ਤਰ੍ਹਾਂ ਲਾਇਆ ਜਾ ਰਿਹਾ ਹੈ ਕਿ ਜਿਹੜਾ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਵੇ। ਭਰਾਵੋ, ਜਿਹੜਾ ਲਾਕਡਾਊਨ ਹੈ ਇਹ ਪਿਛਲੇ 1 ਸਾਲ ਤੋਂ ਵੀ 13 ਮਹੀਨਿਆਂ ਤੋਂ लगातार ਜਿਹੜਾ ਹੈਗਾ ਇਹ ਲੱਗਦਾ ਆ ਰਿਹਾ ਹੈ, ਕਦੇ ਹਟ ਕੇ ਕਦੇ ਲਗਾਤਾਰ। ਤੇ ਇਹਦਾ ਜਿਹੜਾ ਤਜਰਬਾ ਹੈ ਪਿਛਲੇ ਸਮੇਂ ਦਾ ਉਹ ਸਾਰੇ ਪੰਜਾਬ ਦਾ ਵੀ ਔਰ ਸਾਰੇ ਹਿੰਦੁਸਤਾਨ ਦਾ ਵੀ, ਔਰ ਜਿੱਥੇ ਤੱਕ ਦੇਖਿਆ ਜਾਵੇ ਸਾਰੀ ਦੁਨੀਆ ਦੇ ਵਿੱਚ ਵੀ ਇਹ ਕੋਈ ਸਫਲ ਤਜਰਬਾ ਨਹੀਂ ਰਿਹਾ। ਇਹ ਕੋਈ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ। ਔਰ ਕਿਵੇਂ ਤੁਸੀਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਇਸ ਮਸਲੇ ਤੇ ਆਪਣੀ ਜਿਹੜੀ ਨਾਕਾਮੀ ਹੈ ਜਿਹੜੀ ਉਹਨੂੰ ਛੁਪਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਔਰ ਸਰਕਾਰਾਂ ਦੀ ਜਿਹੜੀਆਂ ਨੇ ਨੀਤੀਆਂ ਉਹ ਕਿਸ ਤਰ੍ਹਾਂ ਨੰਗੀਆਂ ਹੋਈਆਂ ਨੇ ਕਿ ਪਿਛਲੇ ਸਮੇਂ ਦੇ ਵਿੱਚ 1.25 ਸਾਲ ਤੋਂ ਕਰੋਨਾ ਦੀ ਹਿੰਦੁਸਤਾਨ ਦੇ ਵਿੱਚ ਆਇਆਂ ਨੂੰ ਕੋਈ ਕਾਰਗਰ ਨੀਤੀ ਨਹੀਂ ਬਣਾ ਸਕੀਆਂ। ਜਦੋਂ ਮਰਜ਼ੀ ਕੋਈ ਗੱਲ ਹੈ ਤਾਂ 2 ਦਿਨ ਦਾ ਜਾਂ ਸਾਰੇ ਲਗਾਤਾਰ ਦਾ ਲਾਕਡਾਊਨ ਲਾ ਦੇਣਾ, ਜਿਸ ਨਾਲ ਸਾਰੇ ਹਿੰਦੁਸਤਾਨ ਨੂੰ, ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਉਹ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਆਰਥਿਕਤਾ ਦੇ ਪੂਰੀ ਜਿਹੜੀ ਉਹਨਾਂ ਦੀ ਆਰਥਿਕਤਾ ਤਬਾਹ ਵੱਲ ਧੱਕੀ ਜਾ ਰਹੀ ਹੈ, ਕਿਉਂਕਿ ਸਾਰੇ ਕੰਮਕਾਜ ਇਸ ਲਾਕਡਾਊਨ ਦੇ ਵਿੱਚ ਰੁਕ ਜਾਂਦੇ ਨੇ। ਕੋਈ ਦੁਕਾਨਦਾਰੀ ਨਹੀਂ ਹੁੰਦੀ, ਕੋਈ ਹੋਰ ਕਾਰੋਬਾਰ ਬਿਜ਼ਨਸ, ਕੋਈ ਇੰਡਸਟਰੀ ਜਾਂ ਖੇਤੀ ਦਾ ਵੀ ਹੋਰ ਬਾਹਲੇ ਦੂਰ ਦੇ ਕੰਮ ਜਿਵੇਂ ਸਬਜ਼ੀਆਂ ਵਗੈਰਾ ਜਾਂ ਹੋਰ ਨੇ, ਉਹ ਕੋਈ ਵੀ ਕੰਮ ਨਹੀਂ ਹੋ ਸਕਦਾ, ਜਿਸ ਨਾਲ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ। ਔਰ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਲਗਾਤਾਰ ਇਹ ਹਊਆ ਬਣਿਆ ਹੋਇਆ ਕਿ ਲਾਕਡਾਊਨ ਕਿਸੇ ਵੇਲੇ ਵੀ ਲਗਾਤਾਰ ਹੋ ਸਕਦਾ ਹੈ ਤੇ ਉਹ ਆਪਣੇ ਪ੍ਰਦੇਸ਼ਾਂ ਨੂੰ ਜਾ ਰਹੇ ਨੇ, ਜਿਹਦੇ ਕਾਰਨ ਇੱਥੇ ਜਿਹੜੀ ਹੈਗੀ ਹੈ ਦੁਬਾਰਾ ਤੋਂ ਫੇਰ ਕਾਮਿਆਂ ਦੀ ਜਿਹੜੀ ਥੋੜ੍ਹੀ ਸੰਭਾਵਨਾ ਬਣੀ ਹੋਈ ਹੈ। ਸੋ ਅਸੀਂ ਜਿਹੜੀਆਂ ਅੱਜ ਸਾਡੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੀ ਇੱਕ ਵੱਡੀ ਮੀਟਿੰਗ ਜਿਹੜੀ ਸਵੇਰ ਤੋਂ ਲੈ ਕੇ ਹੁਣ ਤੱਕ ਚੱਲੀ ਹੈ, ਉਹਦੇ ਵਿੱਚ ਬਹੁਤ ਸਾਰੇ ਇਸ ਤੇ ਗੰਭੀਰ ਜਿਹੜਾ ਅਧਿਐਨ ਕੀਤਾ ਗਿਆ ਹੈ, ਤਾਂ ਕਿ ਕਿਉਂਕਿ ਇਹ ਹੈ ਵੀ ਜਿਹੜਾ ਕਰੋਨਾ ਦੇ ਆੜ ਹੇਠ ਲਗਾਤਾਰ ਸਰਕਾਰ ਲਾਕਡਾਊਨ ਲਾ ਰਹੀ ਹੈ, ਇਹ ਕੋਈ ਮਹਾਮਾਰੀ ਨਹੀਂ, ਇਹ ਇੱਕ ਬਿਮਾਰੀ ਜ਼ਰੂਰ ਹੈ। ਇਹਦੇ ਵਿੱਚ ਅਹਤਿਆਤ ਵਰਤਣਾ ਔਰ ਸਰਕਾਰ ਦੀਆਂ ਸਾਵਧਾਨੀਆਂ ਔਰ ਸਰਕਾਰ ਨੇ ਜੋ ਦਵਾਈਆਂ ਨੇ ਇਹਨੂੰ ਇਮਿਊਨ ਸਿਸਟਮ ਨੂੰ ਵਧਾਉਣ ਵਾਸਤੇ ਤੇ ਹੋਰ ਹਸਪਤਾਲਾਂ ਦੇ ਵਿੱਚ ਦੂਜੇ ਜਿਹੜੇ ਪ੍ਰਬੰਧ ਨੇ ਬੈੱਡਾਂ ਦੇ, ਆਕਸੀਜਨ ਦੇ ਔਰ ਵੈਂਟੀਲੇਟਰਾਂ ਦੇ, ਉਹ ਸਾਰੇ ਕਰਨ ਦੇ ਵਿੱਚ ਸਰਕਾਰਾਂ ਨਾਕਾਮ ਰਹੀਆਂ ਨੇ, ਜਿਸ ਕਰਕੇ ਇਹ ਹੁਣ ਇਹਨੂੰ ਬਾਰ-ਬਾਰ ਲਾਕਡਾਊਨ ਦੇ ਵਿੱਚ ਬਦਲ ਰਹੀਆਂ ਨੇ। ਸੋ ਅਸੀਂ ਫੈਸਲਾ ਲਿਆ ਕਿ ਕਿਸਾਨ ਜਥੇਬੰਦੀਆਂ ਨੇ, ਕਿਉਂਕਿ ਪੰਜਾਬ ਦੇ ਲੋਕ ਵੀ ਤਤਪਰ ਨੇ, ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਲਾਕਡਾਊਨ ਲੱਗੇ ਨੇ
ਉਹਨਾਂ ਤੋਂ ਸਪਸ਼ਟ ਉਹਨਾਂ ਦੀ ਨਾਰਾਜ਼ਗੀ ਜ਼ਾਹਰ ਹੁੰਦੀ ਹੈ। ਬਹੁਤੀਆਂ ਥਾਵਾਂ ਤੇ ਲੋਕਾਂ ਨੇ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਅਣਗੌਲਿਆ ਕੀਤਾ ਹੈ ਔਰ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਅੰਦੋਲਨ ਹੈ, ਜੇਕਰ ਅਸੀਂ ਪੰਜਾਬ ਤੋਂ, ਹਰਿਆਣਾ ਤੋਂ ਜਾਂ ਹੋਰ ਥਾਵਾਂ ਤੋਂ ਚੱਲ ਕੇ ਇੱਥੇ ਆਵਾਂਗੇ ਤਾਂ ਉਸ ਵੇਲੇ ਸਰਕਾਰਾਂ ਨੇ ਸਾਨੂੰ ਗੱਡੀਆਂ ਦੇ ਵਿੱਚ ਵੀ ਤੰਗ ਕਰਨਾ ਹੈ, ਪਰਮਿਟ ਲੈ ਕੇ ਚੜ੍ਹਨਾ ਹੈ, ਬੱਸਾਂ ਦੇ ਵਿੱਚ ਪਰਮਿਟ ਲੈ ਕੇ ਚੜ੍ਹਨਾ ਹੈ ਔਰ 2 ਤੋਂ ਜ਼ਿਆਦਾ ਕਿਸੇ ਵੀ 4 ਵਹੀਕਲ ਹੈ ਜਿਹੜਾ ਕਾਰ ਜਾਂ ਹੋਰ ਉਹਨਾਂ ਤੇ ਨਹੀਂ ਚੜ੍ਹ ਸਕਣਗੇ। ਇਹਨਾਂ ਦਾ ਸਿੱਧਾ ਮਤਲਬ ਹੈ ਕਿ ਸਾਡੇ ਅੰਦੋਲਨ ਤੇ ਇਹਦਾ ਮਾੜਾ ਅਸਰ ਪਏਗਾ। ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਖਾਸ ਕਰਕੇ ਇਹ ਸੱਦਾ ਦਿੱਤਾ ਹੈ ਕਿ ਉਹ ਇਸ ਦੀ ਜਿਹੜਾ ਹੈਗਾ ਇਸ ਕਰੋਨਾ ਦੇ ਨਾਲ ਜਿਹੜਾ ਲਾਕਡਾਊਨ ਹੈ ਇਹਦੀ ਪਰਵਾਹ ਨਾ ਕਰਨ ਔਰ ਜਿਹੜਾ ਇਹ ਲਾਕਡਾਊਨ ਆਉਣ ਵਾਲੇ ਸ਼ਨੀਵਾਰ ਨੂੰ 8 ਮਈ ਨੂੰ ਅਸੀਂ ਉਹਨਾਂ ਸੱਦਾ ਦਿੱਤਾ ਹੈ ਪੰਜਾਬ ਦੀ ਸਾਰੀ ਜਨਤਾ ਨੂੰ ਕਿ ਇਹਦੇ ਖਿਲਾਫ ਤੁਸੀਂ ਸੜਕਾਂ ਤੇ ਆਓ ਔਰ ਇਹਦਾ ਵਿਰੋਧ ਕਰੋ, ਦੁਕਾਨਾਂ ਵੀ ਖੋਲੋ, ਕਾਰੋਬਾਰ ਵੀ ਕਰੋ ਔਰ ਕਿਸਾਨ ਸਾਡੇ ਜਿਹੜੇ ਆਗੂ ਨੇ ਪਿੱਛੇ ਜ਼ਿਲ੍ਹਿਆਂ ਦੇ, ਤਹਿਸੀਲਾਂ ਦੇ, ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਿ ਉਹ ਆ ਕੇ ਇਹਨਾਂ ਜਿਹੜੇ ਹੈਗੇ ਨੇ ਪ੍ਰੋਗਰਾਮ ਉਹਨਾਂ ਦੀ ਅਗਵਾਈ ਜਿਹੜੀ ਕਰਨ ਤਾਂ ਕਿ ਸਰਕਾਰ ਦੀ ਇਹ ਜਿਹੜੇ ਜੋ ਝੂਠ ਦੇ ਪਲੰਦੇ ਨੇ ਇਹ ਨੰਗੇ ਕੀਤੇ ਜਾ ਸਕਣ ਕਿ ਇਸ ਨੂੰ ਕਰੋਨਾ ਨੂੰ ਇਸ ਤਰ੍ਹਾਂ ਰੋਕਣ ਤੋਂ ਨਹੀਂ, ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ ਲਾਕਡਾਊਨ ਤੇ ਇਹਦੇ ਵਾਸਤੇ ਬੜੇ ਅਹਤਿਆਤ ਤੇ ਹੋਰ ਪ੍ਰਬੰਧ ਜਿਨ੍ਹਾਂ 'ਚ ਸਰਕਾਰ ਫੇਲ ਹੋਈ ਹੈ। ਸੁਪਰੀਮ ਕੋਰਟ ਤੇ ਦੂਸਰੀਆਂ ਕੋਰਟਾਂ ਨੇ ਵੀ ਸਰਕਾਰ ਨੂੰ ਇਹਦੇ ਵਾਸਤੇ ਝਾੜ ਪਾਈ ਹੈ। ਸੋ ਸਾਡਾ ਇਹ ਨਿਰਣਾ ਹੈ ਕਿ ਜਿਹੜਾ 8 ਤਰੀਕ ਦਾ ਪ੍ਰੋਗਰਾਮ ਹੈ ਸਾਡਾ ਉਹਦੇ ਵਿੱਚ ਅਸੀਂ ਜਿਹੜਾ ਲਾਕਡਾਊਨ ਹੈ ਉਹਦਾ ਵਿਰੋਧ ਕਰਨਾ ਪੰਜਾਬ ਦੇ ਵਿੱਚ ਔਰ ਸੰਯੁਕਤ ਮੋਰਚੇ ਦੀ ਜਿਹੜੀ ਪਰਸੋਂ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਵੱਲੋਂ ਅਪੀਲ ਵੀ ਅਸੀਂ ਰੱਖ ਰਹੇ ਹਾਂ ਕਿ ਇਹਦਾ ਵਿਰੋਧ ਸਾਰੇ ਹਿੰਦੁਸਤਾਨ ਦੇ ਵਿੱਚ ਕੀਤਾ ਜਾ ਸਕੇ ਤਾਂ ਹੀ ਇਹ ਜਿਹੜਾ ਮੋਰਚਾ ਹੈ ਤੇ ਉਹਦਾ ਮਾੜਾ ਜਿਹੜਾ ਅਸਰ ਨਹੀਂ ਪਊਗਾ। ਲੋਕਾਂ ਨੂੰ ਜਿਹੜਾ ਇਸ ਵਕਤ ਦਹਿਸ਼ਤਜ਼ਦਾ ਬਣਾਇਆ ਹੋਇਆ ਕਰੋਨਾ ਤੋਂ ਉਹ ਜਿਹੜਾ ਹੈ ਲੋਕ ਉਸ ਤੋਂ ਉੱਭਰਨਗੇ। ਸੋ ਇਹ ਸੀ ਸਾਡਾ ਪਹਿਲਾ। ਦੂਜਾ ਸਾਡਾ ਹੈਗਾ ਕਿਉਂਕਿ ਪਹਿਲਾਂ ਜਿਹੜਾ ਅਪ੍ਰੈਲ ਦੇ ਮਹੀਨੇ ਸੀਜ਼ਨ ਸੀ ਕਣਕ ਦੀ ਕਟਾਈ ਦਾ ਉਹ ਬੜੀ ਠੀਕ ਢੰਗ ਨਾਲ ਹੋ ਚੁੱਕੀ ਹੈ ਔਰ ਪੰਜਾਬ ਦਾ ਬਹੁਤ ਥੋੜਾ ਏਰੀਆ ਜਿਹੜਾ ਦੁਆਬੇ ਤੇ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਨਾ ਮਾਝੇ ਤੇ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਥੋੜੀ ਕਣਕ ਰਹਿੰਦੀ ਹੈ ਉਹ ਬੜੀ ਜਲਦੀ ਹੋ ਜਾਣੀ ਹੈ 2-4 ਦਿਨਾਂ ਦੇ ਵਿੱਚ ਕਟਾਈ ਹੋ ਜਾਣੀ ਹੈ। ਸੋ ਅਸੀਂ ਕਿਹਾ ਸੀ ਵੀ ਉਸ ਸਮੇਂ ਦੇ ਵਿੱਚ ਕੁਝ ਦੂਸਰੇ ਲੋਕ ਸਾਡੇ ਮਜ਼ਦੂਰ ਭਰਾ ਤੇ ਟ੍ਰੇਡ ਯੂਨੀਅਨ ਤੇ ਮੁਲਾਜ਼ਮ ਜਿਹੜੇ ਰਿਟਾਇਰ ਨੇ ਉਹ ਸਾਡੀ ਮਦਦ ਕਰਨਗੇ। ਉਹਨਾਂ ਨੇ ਸਾਡੀ ਮਦਦ ਕੀਤੀ, ਉਹਦੇ ਲਈ ਅਸੀਂ ਉਹਨਾਂ ਦੇ ਬਹੁਤ ਸੰਯੁਕਤ ਮੋਰਚੇ ਵੱਲੋਂ ਔਰ ਇਹਨਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਉਸ ਸਮੇਂ ਸਾਡਾ ਸਾਥ ਦਿੱਤਾ। ਪਰ ਅੱਜ ਜਿਹੜਾ ਅਸੀਂ ਫੈਸਲਾ ਲਿਆ ਉਹ ਲਿਆ ਕਿ ਹੁਣ ਕੰਮ ਦਾ ਸਮਾਂ ਇੱਕ ਵਾਰੀ ਨਿਕਲ ਚੁੱਕਾ ਹੈ। 1 ਮਹੀਨਾ ਸਾਡੇ ਕੋਲ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਫਰੀ ਹੈ। ਉਸ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ। ਸੋ ਇਸ ਵਿੱਚ ਅਸੀਂ ਪੰਜਾਬ ਦੇ ਬੱਚੇ ਨੂੰ ਖਾਸ ਕਰਕੇ ਕਿਸਾਨਾਂ, ਮਜ਼ਦੂਰਾਂ ਨੂੰ ਤੇ ਹੋਰ ਸਾਰੇ ਅੰਦੋਲਨ ਦੇ ਹਿਤੈਸ਼ੀ ਜਾਂ ਇਹਦੀ ਮਾਰ ਝੱਲਣ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਬੇਨਤੀ ਕੀਤੀ ਹੈ ਅੱਜ ਸਾਡੇ ਇਸ ਜਿਹੜੀ ਮੀਟਿੰਗ ਰਾਹੀਂ ਆਪ ਦੇ ਮੀਡੀਆ ਰਾਹੀਂ ਕਿ ਉਹ ਹੁਣ ਆ ਕੇ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਣ ਤੇ ਆ ਕੇ ਮੋਰਚੇ ਦੀਆਂ ਜਿਹੜੀਆਂ ਚਹਿਲ ਪਹਿਲ ਦੀਆਂ ਉਹਨਾਂ ਨੂੰ ਬਹੁਤ ਵਧਾਉਣ ਕਿਉਂਕਿ ਸਾਡਾ ਮੋਰਚਾ ਪਿਛਲੇ ਦਿਨ ਇੱਥੋਂ ਕਮਜ਼ੋਰ ਨਹੀਂ ਹੋਇਆ ਪਰ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਵਾਧਾ ਕੀਤਾ ਜਾ ਸਕੇ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਜਿਸ ਸਥਿਤੀ ਦੇ ਵਿੱਚ ਫੁੱਟਬੈਕ ਤੇ ਅੱਜ ਚੋਣਾਂ ਤੋਂ ਬਾਅਦ ਸਰਕਾਰ ਚਲੀ ਗਈ ਹੈ, ਹੋਰ ਬਹੁਤ ਸਾਰੇ ਮਸਲਿਆਂ ਤੇ ਸਰਕਾਰ ਪੂਰੀ ਤਰ੍ਹਾਂ ਪਿੱਟ ਚੁੱਕੀ ਹੈ। ਹੁਣ ਇੱਕ ਕਰੋਨਾ ਦੀ ਆੜ ਲੈ ਕੇ ਉਹ ਕਿਤੇ ਸਾਡੇ ਤੇ ਕੋਈ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਵਾਰ ਨਾ ਕਰ ਸਕੇ। ਸੋ ਇਸ ਕਰਕੇ ਅਸੀਂ ਇਸ ਜਿਹੜਾ ਬਾਰਡਰਾਂ ਦਾ ਜਿਹੜੀ ਸਾਡੀ ਸੰਖਿਆ ਹੈ ਇਹ ਬਾਰਡਰਾਂ ਤੇ ਸਾਡਾ ਧਰਨਾ ਹੈ ਇਹਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਪੰਜਾਬ ਦੇ ਬੱਚੇ ਨੂੰ ਸੱਦਾ ਦਿੰਦੇ ਹਾਂ ਕਿ ਹਰ ਘਰ ਦਾ ਇੱਕ ਮੈਂਬਰ ਜ਼ਰੂਰ ਆ ਕੇ ਜਿਹੜਾ ਸਾਡੇ ਬਾਰਡਰਾਂ ਤੇ ਆ ਕੇ ਜਿਹੜਾ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਵੇ। ਸੋ ਇਹਨਾਂ ਗੱਲਾਂ ਦੇ ਮੈਂ ਹੁਣ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵੱਲੋਂ ਕੁਝ। ਦੋਸਤੋ ਤੁਹਾਨੂੰ ਪਤਾ ਹੈ ਵੀ ਲਾਕਡਾਊਨ ਜਦੋਂ ਪਿਛਲੇ ਸਾਲ ਲਾਇਆ ਸਰਕਾਰ ਨੇ ਲਾਕਡਾਊਨ ਦੌਰਾਨ ਹੀ ਉਹਨਾਂ ਨੇ 3 ਕਾਲੇ ਕਾਨੂੰਨ ਬਣਾਏ ਸੀ। ਸਰਕਾਰ ਦਾ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਜਦੋਂ ਉਹਦੀ ਪਰਫਾਰਮੈਂਸ ਕੋਈ ਹੋਵੇ ਨਾ ਤੇ ਲੋਕਾਂ ਨੂੰ ਕੋਈ ਜਿਹੜੀਆਂ ਜ਼ਰੂਰੀ ਸੇਵਾਵਾਂ ਉਹ ਪ੍ਰਦਾਨ ਨਾ ਕਰ ਸਕਣ ਤਾਂ ਫਿਰ ਉਹ ਲੋਕਾਂ ਨੂੰ ਘਰਾਂ 'ਚ ਤਾੜ ਕੇ ਲਾਕਡਾਊਨ ਦੀ ਆੜ ਵਿੱਚ ਜਿੱਥੇ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਂਦੀ ਹੈ ਉੱਥੇ ਇਹਦਾ ਅਸਰ ਇਹ ਹੁੰਦਾ ਹੈ ਵੀ ਟੋਟਲ ਇਕਨੋਮੀ ਪ੍ਰਭਾਵਿਤ ਹੁੰਦੀ ਹੈ
ਗਰੀਬ ਆਦਮੀ ਨੂੰ ਰੋਟੀ ਕਮਾਉਣ ਵਾਸਤੇ ਦਿਹਾੜੀ ਨਹੀਂ ਮਿਲਦੀ। ਰੇਹੜੀ ਲਾਉਣ ਵਾਲੇ ਦੁਕਾਨਦਾਰ ਜਿਹੜਾ ਹਰ ਇੱਕ ਨੂੰ ਉਹ ਆਪਣੇ ਕੰਮ ਤੋਂ ਵਿਹਲਾ ਹੋ ਜਾਂਦਾ ਹੈ, ਉਹਦਾ ਨੁਕਸਾਨ ਹੁੰਦਾ ਹੈ। ਸਾਡੀ ਇੰਡਸਟਰੀ ਦਾ ਨੁਕਸਾਨ ਹੁੰਦਾ ਹੈ। ਹਰ ਕਾਰੋਬਾਰ ਦਾ ਜਿਹੜਾ ਪੱਠਾ ਬੈਠਦਾ ਹੈ। ਤੋ ਇਹ ਲਾਕਡਾਊਨ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਅਵੇਅਰ ਕਰਦੀ ਹੈ ਇਸ ਬਿਮਾਰੀ ਦੇ ਬਾਰੇ, ਕਿਹੜੀਆਂ ਪ੍ਰੀਕਾਸ਼ਨਸ ਲੈਣੀਆਂ ਨੇ ਇਹਦੇ ਬਾਰੇ ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਔਰ ਲੋਕਾਂ ਨੂੰ ਸਹੂਲਤਾਂ ਦਿੰਦੀ, ਹਸਪਤਾਲਾਂ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕਰਦੀ। ਅੱਜ ਹੁਣ ਸਾਰੀ ਦੁਨੀਆ ਵਿੱਚ ਸਾਡੇ ਦੇਸ਼ ਦੀ ਬਦਨਾਮੀ ਹੋ ਰਹੀ ਹੈ। ਨਾ ਤਾਂ ਅਸੀਂ ਜਿਹੜੇ ਬਿਮਾਰ ਨੇ ਉਹਨਾਂ ਲਈ ਆਕਸੀਜਨ ਗੈਸ ਸਪਲਾਈ ਕਰ ਪਾ ਰਹੇ ਹਾਂ, ਨਾ ਸਾਡੇ ਕੋਲ ਬਾਕੀ ਕੋਈ ਇਕਵਿਪਮੈਂਟ ਹੈ। ਇਹ ਬਹੁਤ ਵੱਡੀ ਪੱਧਰ ਤੇ ਇਹ ਬਿਮਾਰੀ ਫੈਲੀ ਹੈ ਔਰ ਇਹ ਸਾਡੇ ਲਈ ਇੱਕ ਤਸੱਲੀ ਵਾਲੀ ਗੱਲ ਹੈ ਵੀ ਅਸੀਂ ਜਿਹੜੇ ਸਾਡੇ ਮੋਰਚੇ ਵਾਲੀਆਂ ਥਾਵਾਂ ਨੇ ਉੱਥੇ ਅਸੀਂ ਇੰਨੀਆਂ ਪ੍ਰੀਕਾਸ਼ਨਸ ਲਈਆਂ ਹੋਈਆਂ। ਅਸੀਂ ਆਪਣੇ ਲੋਕਾਂ ਨੂੰ ਇੰਨਾ ਅਵੇਅਰ ਕਰਦੇ ਹਾਂ। ਹਰ ਵੇਲੇ ਦਿਨ ਵਿੱਚ ਸਾਰੀ ਦਿਹਾੜੀ ਉਹਨਾਂ ਨੂੰ ਕਈ ਵਾਰੀ ਗਰਮ ਪਾਣੀ ਪਿਲਾਉਣਾ, ਕਾੜਾ ਪਿਲਾਉਣਾ, ਵਿਟਾਮਿਨ ਸੀ ਵਰਗੀਆਂ ਗੋਲੀਆਂ ਦੇਣੀਆਂ, ਇਹੋ ਜਿਹੇ ਕੰਮ ਅਸੀਂ ਕਰਕੇ ਹੁਣ ਤੱਕ ਅਸੀਂ ਆਪਣੇ ਮੋਰਚੇ ਨੂੰ ਬਚਾਇਆ ਹੋਇਆ। ਪਰ ਇਸੇ ਲਈ ਕਿਉਂਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਲਾਕਡਾਊਨ ਲਾਉਂਦੀ ਹੈ। ਲਾਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ। ਲਾਕਡਾਊਨ ਬਹੁਤੇ ਦੇਸ਼ ਨਹੀਂ ਲਾਉਂਦੇ। ਇਹ ਸਿਰਫ ਭਾਰਤੀ ਸਰਕਾਰ ਨੂੰ ਹੈ ਜਾਂ ਇੱਥੇ ਦੀਆਂ ਸੂਬਾ ਸਰਕਾਰਾਂ ਨੂੰ ਇਹ ਚਾਅ ਚੜਿਆ ਜਿਹਦੇ ਨਾਲ ਕਰੋੜਾਂ ਲੋਕਾਂ ਦੇ ਰੁਜ਼ਗਾਰ ਚਲੇ ਗਏ। ਅੱਜ ਦੀ ਤਾਰੀਖ 'ਚ ਕਰੋੜਾਂ ਲੋਕੀ ਬੇਰੁਜ਼ਗਾਰ ਹੋਏ ਨੇ। ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਵਿਚਾਰੇ ਘਰਾਂ ਨੂੰ ਫੇਰ ਭੱਜ ਰਹੇ ਨੇ। ਇੱਕ ਮਹੀਨਾ ਕੰਮ ਕਰਦੇ ਨੇ, ਫਿਰ ਇਹ ਲਾਕਡਾਊਨ ਕਰਦੇ ਨੇ, ਉਹ ਫਿਰ ਵਿਚਾਰੇ ਘਰਾਂ ਨੂੰ ਭੱਜਦੇ ਨੇ। ਇਸੇ ਲਈ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਰਕਾਰ ਦੀ ਇਸ ਲਾਕਡਾਊਨ ਦੀ ਪਾਲਿਸੀ ਦਾ ਡਟ ਕੇ ਵਿਰੋਧ ਕਰਾਂਗੇ। 8 ਤਾਰੀਖ ਨੂੰ ਜਿੰਨੇ ਸਾਡੇ ਫੀਲਡ ਵਿੱਚ ਸਾਡੇ ਵਰਕਰ ਨੇ ਉਹ ਲੋਕਾਂ ਨੂੰ ਨਾਲ ਲੈ ਕੇ ਕਹਿਣਗੇ ਵੀ ਆਪਣੀਆਂ ਦੁਕਾਨਾਂ ਖੋਲ੍ਹੋ, ਸਰਕਾਰ ਦੇ ਇਸ ਲਾਕਡਾਊਨ ਦੀ ਬਿਲਕੁਲ ਪਰਵਾਹ ਨਾ ਕਰੋ, ਥਾਂ ਇਕੱਠੇ ਹੋ ਕੇ ਧਰਨੇ ਮੁਜ਼ਾਹਰੇ ਕਰੋ ਔਰ ਸਰਕਾਰ ਨੂੰ ਕਹੋ ਵੀ ਉਹ ਇਸ ਬਿਮਾਰੀ ਨਾਲ ਲੜਨ ਲਈ ਜਿਹੜੀਆਂ ਦਵਾਈਆਂ ਜਾਂ ਸਹੂਲਤਾਂ ਚਾਹੀਦੀਆਂ ਉਹ ਪ੍ਰੋਵਾਈਡ ਕਰੇ, ਲੋਕਾਂ ਦਾ ਰੁਜ਼ਗਾਰ ਨਾ ਖੋਏ। ਇਹਦੇ ਲਈ ਮੈਨੂੰ ਹੁਕਮ ਹੋਇਆ 32 ਜਥੇਬੰਦੀਆਂ ਵੱਲੋਂ ਮੈਂ ਪੰਜਾਬ ਦਾ ਕੇਸ ਇਹ ਸੰਯੁਕਤ ਕਿਸਾਨ ਮੋਰਚੇ 'ਚ ਪਰਸੋਂ ਦੀ ਮੀਟਿੰਗ 'ਚ ਰੱਖਾਂਗਾ, ਜਿੱਥੋਂ ਅਸੀਂ ਰਿਕੁਐਸਟ ਕੀਤੀ ਹੈ ਸਾਰਿਆਂ ਨੇ ਵੀ ਸਾਰੇ ਦੇਸ਼ ਵਿੱਚ ਲਾਕਡਾਊਨ ਦਾ ਵਿਰੋਧ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਜਿਹੜੀ ਕਾਲ ਦਿੱਤੀ ਜਾਏ। ਤੋ ਇਹ ਤੈਅ ਕੀਤਾ ਹੈ ਔਰ ਇਸ ਮੋਰਚੇ ਨੂੰ ਮਜ਼ਬੂਤ ਕਰਨ ਲਈ ਹੁਣ ਕਿਉਂਕਿ ਹਾੜੀ ਦਾ ਕੰਮ ਮੁੱਕ ਗਿਆ, ਅਸੀਂ ਸੱਦਾ ਦਿੱਤਾ ਹੈ ਕਿ ਹਰ ਕਿਸਾਨ ਪਰਿਵਾਰ ਵਿੱਚੋਂ, ਹਰ ਮਜ਼ਦੂਰ ਪਰਿਵਾਰ ਵਿੱਚੋਂ ਘੱਟੋ ਘੱਟ ਇੱਕ ਮੈਂਬਰ ਇੱਥੇ ਪਹੁੰਚੇ। ਪਹਿਲਾਂ ਵਾਲੀ ਰੌਣਕ ਇੱਕ ਵਾਰੀ ਫੇਰ ਵਧਾਵੇ। 10 ਤਾਰੀਖ ਤੋਂ ਬਾਅਦ ਇੱਥੇ ਵੱਡੀ ਗਿਣਤੀ ਤੇ ਲੋਕ ਆਉਣਾ ਸ਼ੁਰੂ ਹੋਣਗੇ। ਤਾਂ ਮੈਂ ਉਮੀਦ ਕਰਦਾ ਵੀ ਸਰਕਾਰ ਨੂੰ ਜਿਹੜਾ ਲੋਕਾਂ ਨੇ ਉਹਦੀਆਂ ਗਲਤ ਨੀਤੀਆਂ ਦੀ ਸਦਕਾ ਬੰਗਾਲ ਵਿੱਚ ਜਿਹੜਾ ਸਬਕ ਸਿਖਾਇਆ, ਯੂਪੀ ਦੀਆਂ ਪੰਚਾਇਤ ਚੋਣਾਂ 'ਚ ਸਬਕ ਸਿਖਾਇਆ, ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਹੁਣ ਜਦੋਂ ਹੋਰ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਣਗੇ ਉਹਦੇ ਨਾਲ ਵੀ ਦਬਾਅ ਵਧੇਗਾ। ਧੰਨਵਾਦ। ਹਾਂਜੀ, ਹੁਣ ਤੁਹਾਡੇ ਸਾਹਮਣੇ ਬੂਟਾ ਸਿੰਘ ਜੀ, ਸਰਦਾਰ ਬੂਟਾ ਸਿੰਘ ਜੀ ਬੁਰਜ ਗਿੱਲ ਆਪਣੇ ਵਿਚਾਰ। ਕਰੋਨਾ ਦੀ ਬਿਮਾਰੀ ਹੈ ਪਰ ਝੂਠ ਦੀ ਬਿਮਾਰੀ ਜ਼ਿਆਦਾ ਲੱਗੀ ਹੋਈ ਹੈ ਸਾਡੀ ਭਾਰਤ ਸਰਕਾਰ ਨੂੰ ਤੇ ਨਾਲ ਪੰਜਾਬ ਸਰਕਾਰ ਨੂੰ। ਸਾਡੀਆਂ 2 ਮੀਟਿੰਗਾਂ ਹੋ ਚੁੱਕੀਆਂ ਹੈ ਬਹਾਦਰਗੜ੍ਹ ਪ੍ਰਸ਼ਾਸਨ ਨਾਲ, ਇੱਕ ਟਿੱਕਰੀ ਬਾਰਡਰ ਤੇ ਇੱਕ ਕੁੰਡਲੀ ਬਾਰਡਰ ਤੇ। ਉਹਨਾਂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਰੋਨਾ ਦੀ ਆੜ ਦੇ ਹੇਠ ਕਾਨੂੰਨ ਬਣਾਏ ਸੀ ਤੇ ਕਰੋਨਾ ਦੀ ਆੜ ਦੇ ਹੇਠ ਇਹ ਮੋਰਚਾ ਖਤਮ ਕਰਾਉਣਾ ਚਾਹੁੰਦੇ ਆ। ਅਸੀਂ ਉਹਨਾਂ ਨਾਲ ਇਹ ਗੱਲ ਕਰੀ ਸੀ ਕਿ ਇੱਕ ਤਾਂ ਵੈਕਸੀਨ ਸੈਂਟਰ ਸਾਰੇ ਬਾਰਡਰਾਂ ਤੇ ਖੋਲ੍ਹ ਦਿਓ, ਜੇ ਕਿਸੇ ਨੇ ਉਹ ਟੀਕਾ ਲਗਵਾਉਣਾ ਤਾਂ ਲਗਵਾ ਲੂਗਾ ਤੇ ਉਹਦਾ ਪ੍ਰਚਾਰ ਵੀ ਕਰੋ, ਨਾਲ ਸੈਨੀਟਾਈਜ਼ਰ ਵੰਡੋ, ਮਾਸਕ ਵੰਡੋ, ਸੈਨੀਟਾਈਜ਼ਰ ਦੇ ਛਿੜਕਾਅ ਕਰੋ। ਪਰ ਕਿਤੇ ਵੀ ਵੈਕਸੀਨ ਸੈਂਟਰ ਨਹੀਂ ਖੋਲ੍ਹਿਆ, ਕਿਸੇ ਦੇ ਵੀ ਟੀਕਾ ਨਹੀਂ ਲਵਾਇਆ, ਕੋਈ ਸੈਨੀਟਾਈਜ਼ਰ ਦਾ ਪ੍ਰਬੰਧ ਨਹੀਂ ਕੀਤਾ। ਨਾਕਾਮ ਹੈ ਭਾਰਤ ਸਰਕਾਰ ਜੇ ਕਹਿਣਾ ਹੋਵੇ। ਅਗਰ ਜੇ ਕੋਈ ਮਰੀਜ਼ ਆ ਜਾਂਦਾ ਕਰੋਨਾ ਦਾ ਤਾਂ ਉਹਦੇ ਲਈ ਬੈੱਡ ਨਹੀਂ ਹੈ, ਉਹਦੇ ਲਈ ਆਕਸੀਜਨ ਨਹੀਂ ਹੈ, ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਅਸੀਂ ਇਸ ਮੋਰਚੇ ਨੂੰ ਜਿਵੇਂ ਪਹਿਲਾਂ ਚੱਲਦਾ ਸੀ 26 ਜਨਵਰੀ ਤੋਂ ਉਹਨਾਂ ਲੀਹਾਂ ਤੇ ਲਿਜਾਣ ਲਈ ਅੱਜ ਜੋ ਅਸੀਂ ਫੈਸਲਾ ਕੀਤਾ ਕਿ 10 ਤਰੀਕ ਨੂੰ ਤੇ ਫਿਰ 12 ਤਰੀਕ ਨੂੰ ਵੱਡੇ ਜੱਥੇ ਆ ਜਿਹੜੇ ਪੰਜਾਬ ਦੇ ਵਿੱਚੋਂ ਇਸ ਮੋਰਚੇ ਦੇ ਵਿੱਚ ਆਉਣਗੇ ਤੇ ਮੋਰਚਾ ਤਦ ਤੱਕ ਚੱਲਦਾ ਰਹੂਗਾ ਜਦ ਤੱਕ 3 ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ ਤੇ ਦੋਨੇ ਜਿਹੜੇ ਬਿੱਲ ਉਹ ਰੱਦ ਨਹੀਂ ਹੁੰਦੇ।
ਤੇ ਨਵਾਂ ਜਿਹੜਾ MSP ਕਾਨੂੰਨ ਹੈ ਉਹ ਬਣਾਇਆ ਨਹੀਂ ਜਾਂਦਾ। ਅਗਰ ਸਰਕਾਰ ਚਾਹੁੰਦੀ ਹੈ ਕਿ ਕਰੋਨਾ ਦੀ ਬਿਮਾਰੀ ਤਾਂ ਬਹੁਤ ਜ਼ਿਆਦਾ ਫੈਲ ਗਈ, ਹੁਣ ਇਹਦੇ ਤੁਸੀਂ ਜ਼ਿੰਮੇਵਾਰ ਹੋਵੋਗੇ, ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀ, ਮੁਸਲਮਾਨ ਭਾਈਚਾਰੇ ਨੂੰ ਉਹਨਾਂ ਨੇ ਇਹਦਾ ਜ਼ਿੰਮੇਵਾਰ ਬਣਵਾਇਆ ਸੀ। ਪਰ ਅਗਰ ਇਹ ਸਾਡੀ ਸ਼ਰਤ ਹੋਊਗੀ, ਸਭ ਤੋਂ ਪਹਿਲਾਂ ਪੂਰੇ ਇਕੱਠ ਆਪਦੇ ਬੰਦ ਕਰਨ, ਜਿਹੜੀਆਂ 18 ਰੈਲੀਆਂ ਮੋਦੀ ਜੀ ਨੇ ਕਰੀਆਂ ਸੀ ਨਾ ਬੰਗਾਲ ਦੇ ਵਿੱਚ ਚੋਣਾਂ ਜਿੱਤਣ ਦੇ ਲਈ, ਅਜਿਹਾ ਸਾਰਾ ਕੁਝ ਜਦੋਂ ਇਹਨਾਂ ਨੇ ਬੰਦ ਕਰਤਾ, ਧਾਰਮਿਕ ਇਕੱਠ ਬੰਦ ਹੋ ਗਏ, ਸਾਨੂੰ ਇਹ ਗਰੰਟੀ ਹੋਗੀ ਕਿ ਹੁਣ ਆਪਣਾ ਇਕੱਲਿਆਂ ਦਾ ਇਕੱਠ ਰਹਿ ਗਿਆ। ਉਦੋਂ ਅਸੀਂ ਸੋਚ ਲਾਂਗੇ, ਉਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਜਾਾਂਗੇ, ਪੰਜਾਬ ਵਾਲਿਆਂ 'ਚ ਨਹੀਂ, ਜਿਹੜੇ ਇੱਥੇ ਮਿੰਨੀ ਪੰਜਾਬ ਬਣਿਆ ਹੋਇਆ ਉਹਨਾਂ ਦੇ ਵਿੱਚ ਬੈਠਾਂਗੇ। ਉਦੋਂ ਤੱਕ ਜਿਹੜੀ ਲੜਾਈ ਹੈ ਸਾਡੀ ਇਹ ਜਾਰੀ ਰਹੂ। ਡਾਕਟਰ ਸਤਨਾਮ ਸਿੰਘ ਹਜਰਾ। ਇੱਕ ਤੇ ਮੀਡੀਆ ਨੇ ਬੜੇ ਚਿਰ ਬਾਅਦ ਮਿਲਣੀ ਹੋਈ ਹੈ, ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਸੀਂ ਦੱਸਣਾ ਇਹ ਚਾਹੁੰਦੇ ਹਾਂ ਵੀ ਸੁਪਰੀਮ ਕੋਰਟ ਦਾ ਅੱਜ ਵੀ ਬਿਆਨ ਹੈ, ਕੱਲ੍ਹ ਵੀ ਬਹੁਤ ਵੱਡਾ ਬਿਆਨ ਸੀਗਾ ਵੀ ਇਹ ਕਰੋਨਾ ਦੇ ਵਿੱਚ ਇਹ ਆਕਸੀਜਨ ਹੀ ਲੋਕਾਂ ਨੂੰ ਸਪਲਾਈ ਨਹੀਂ ਕਰ ਸਕਦੀ। ਇਸ ਕੇਂਦਰ ਸਰਕਾਰ ਨੂੰ ਬਹੁਤ ਵੱਡੀ ਝਾੜ ਪਾਈ ਆ। ਅੱਜ ਤੋਂ 2-3 ਦਿਨ ਪਹਿਲਾਂ 6 ਸ਼ਹਿਰਾਂ ਵਿੱਚ ਜਿਹੜਾ ਲਾਕਡਾਊਨ ਲਾਇਆ ਸੀ, ਬਨਾਰਸ ਸਮੇਤ ਲਖਨਊ ਵਗੈਰਾ ਵਿੱਚ, ਉਹਦਾ ਵੀ ਉਹਨਾਂ ਨੇ ਰੱਦ ਕੀਤਾ ਸੀ। ਸੋ ਇਸ ਕਰਕੇ ਇਹ ਜੋ ਸਾਡਾ ਇੱਥੋਂ ਦਾ ਵਿਊ ਬਣਿਆ ਵਾ 32 ਕਿਸਾਨ ਜਥੇਬੰਦੀਆਂ ਦਾ, ਉਹ ਅਸੀਂ ਪਹਿਲਾਂ ਹੀ ਬਣਾਇਆ ਹੋਇਆ ਵੀ ਕਰੋਨਾ ਜਿਹੜੀ ਆ ਇਹ ਆਮ ਬਿਮਾਰੀਆਂ ਵਾਂਗੂ ਹੀ ਆ। ਇਹਦੀ ਮੌਤ ਦਰ ਜਿਹੜੀ ਆ 1.4% ਤੋਂ ਵੱਧ ਨਹੀਂ। ਦੁਨੀਆ ਦੇ ਵਿੱਚ ਵੀ ਅਜਿਹਾ ਹੀ ਹੈ। ਇਹ ਐਵੇਂ ਨਾ ਇਹਦਾ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਪੈਨਿਕ ਬਣਾ ਕੇ ਆਨੇ ਬਹਾਨੇ ਲੋਕਾਂ ਦਾ ਅਸਲ ਵਿੱਚ ਆਰਥਿਕ ਨੁਕਸਾਨ ਬਣਾਉਣਾ ਚਾਹੁੰਦੇ ਆ, ਤੇ ਨਾਲ ਦੀ ਨਾਲ ਜਿਹੜੇ ਘਰਾਣੇ ਨੇ, ਜਿਹੜੀਆਂ ਕਾਰਪੋਰੇਸ਼ਨਸ ਨੇ, ਵੇਖੋ ਇਸ ਕਰੋਨਾ ਮਹਾਮਾਰੀ ਵਿੱਚ ਕਿਸਾਨਾਂ ਦੀ ਐਤਕੀ ਝਾੜ ਘਟ ਗਿਆ, 6 ਲੱਖ ਕੁਇੰਟਲ ਕਣਕ ਘੱਟ ਹੋ ਗਈ। ਇਹਨਾਂ ਦਾ ਕੋਈ ਝਾੜ ਨਹੀਂ ਘਟਿਆ। ਉਹਨਾਂ ਦਾ ਜਿਹੜਾ ਦਾਨੀ ਬਾਨੀਆਂ ਦੀ ਜਿਹੜੀ ਆਮਦਨ ਆ ਉਹ ਸਵਾ ਗੁਣਾ ਹੋ ਗਈ ਆ। ਸੋ ਇਸ ਕਰਕੇ ਅਸੀਂ ਅੱਜ ਜਿਹੜਾ ਫੈਸਲਾ ਕੀਤਾ, ਰਾਜੇਵਾਲ ਜੀ ਨੇ ਦੱਸਿਆ, ਸਾਡੇ ਪ੍ਰਧਾਨ ਜੀ ਨੇ ਦੱਸਿਆ, ਅਸੀਂ ਇਹਨਾਂ ਸਾਰਿਆਂ ਨੂੰ ਫੈਸਲਿਆਂ ਨੂੰ ਫੇਰ ਅਸੀਂ ਲਲਕਾਰਾ ਮਾਰਦੇ ਹਾਂ। ਆਓ ਪੰਜਾਬੀਓ, ਆਓ ਹਰਿਆਣੇ ਵਾਲਿਓ, ਆਓ ਸਾਰੇ ਭਾਰਤੀ ਲੋਕੋ, ਹਰ ਕਿਸਾਨ ਟੱਬਰ ਚੋਂ, ਹਰ ਖੇਤ ਮਜ਼ਦੂਰ ਟੱਬਰ ਚੋਂ ਇੱਕ ਲੋਕ ਇੱਥੇ ਆਓ। ਜਿਸ ਤਰ੍ਹਾਂ ਪੁਰਾਣਿਆਂ ਸਮੇਂ 'ਚ ਵੀ ਲੋਕ ਇੱਕ ਬੰਦਾ ਜਿਹੜਾ ਇਸ ਮੋਰਚੇ ਦੇ ਨੂੰ ਚੜਾਵਾ ਦਿਓ, ਇਹਨਾਂ ਦੀ ਝੋਲੀ 'ਚ ਪਾਓ, ਵੱਡੀ ਗਿਣਤੀ 'ਚ ਇੱਥੇ ਸਰਕਾਰ ਤੇ ਦਬਾਅ ਪਾਈਏ ਤਾਂ ਕਿ ਕਾਲੇ ਕਾਨੂੰਨ ਅਸੀਂ ਰੱਦ ਕਰੀਏ। ਹੁਣ ਮੈਂ ਪੇਸ਼ ਕਰਨਾ ਹਾਂਜੀ, ਹੁਣ ਸਰਦਾਰ ਭੋਗ ਸਿੰਘ ਜੀ ਮਾਨਸਾ। ਸਾਥੀਓ, ਮੇਰੇ ਸਾਥੀਆਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਜਿਹੜਾ ਲਾਕਡਾਊਨ ਹੈ ਉਹਦਾ ਵਿਰੋਧ ਕਰਨ ਵਾਸਤੇ ਅੱਜ ਫੈਸਲਾ ਲਿੱਤਾ ਹੈ। ਕਿਉਂ ਫੈਸਲਾ ਲਿੱਤਾ ਹੈ? ਇਹ ਸਾਫ਼ ਤੇ ਸਪਸ਼ਟ ਹੈ ਕਿ ਜਿਹੜੀ ਸਾਡੀ ਸਰਕਾਰ ਹੈ, ਪਿਛਲੇ ਵਾਰੀ ਜਦੋਂ ਕਰੋਨਾ ਦੀ ਇਹ ਬਿਮਾਰੀ ਸ਼ੁਰੂ ਹੋਈ ਸੀ, ਉਦੋਂ ਸਾਡੇ ਮੋਦੀ ਜੀ ਐਲਾਨ ਕਰ ਰਹੇ ਸੀ ਕਿ ਅਸੀਂ ਭਾਰਤ ਪਹਿਲਾ ਦੇਸ਼ ਹੈ ਜਿਹਨੇ ਇਹਦੀ ਵੈਕਸੀਨ ਆਯਾਤ ਕੀਤੀ ਹੈ, ਇੰਪੋਰਟ ਕੀਤੀ ਹੈ, ਬਾਹਰਲੇ ਦੇਸ਼ਾਂ ਨੂੰ ਭੇਜੀ ਹੈ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਉਹ ਵੈਕਸੀਨ ਦੀ ਵੀ ਕਮੀ ਹੈ, ਇਹ ਵਿਦੇਸ਼ਾਂ ਨੂੰ ਹੱਥ ਅੱਡ ਰਹੇ ਨੇ ਕਿ ਸਾਨੂੰ ਵੈਕਸੀਨ ਦਿੱਤੀ ਜਾਵੇ, ਆਕਸੀਜਨ ਦੀ ਵੀ ਕਮੀ ਹੈ। ਸੋ ਇਹਨਾਂ ਸਾਰੀਆਂ ਨਾਕਾਮੀਆਂ ਨੂੰ ਦੇਖਦੇ ਹੋਏ, ਬੈੱਡਾਂ ਦੀ ਵੀ ਕਮੀ ਹੈ ਹਸਪੀਟਲਾਂ ਦੇ ਵਿੱਚ, ਵੈਂਟੀਲੇਟਰਸ ਦੀ ਵੀ ਕਮੀ ਹੈ, ਡਾਕਟਰਸ ਦੀ ਵੀ ਕਮੀ ਹੈ। ਇਹ ਸਾਰੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਜਿਹੜੀ ਸਰਕਾਰ ਹੈ ਉਹ ਲਾਕਡਾਊਨ ਦਾ ਸਹਾਰਾ ਲੈਂਦੀ ਹੈ, ਪਿੱਛੇ ਵੀ ਲੈਤਾ ਹੈ। ਅਸੀਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਸਮਝਦੇ ਹੋਏ ਨੇ ਇਸ ਕਰਕੇ ਵਿਰੋਧ ਕੀਤਾ ਕਿ ਲਾਕਡਾਊਨ ਹੈ ਜਿਹੜਾ ਇਸ ਬਿਮਾਰੀ ਦਾ, ਇਸ ਦਾ ਕੋਈ ਹੱਲ ਨਹੀਂ ਹੈ। ਇਸ ਲਈ ਇਹਦਾ ਵਿਰੋਧ ਕੀਤਾ ਜਾਵੇ। ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਆਰਥਿਕ ਜਿਹੜਾ ਸ਼ੋਸ਼ਣ ਹੈ ਉਹ ਰੋਕਿਆ ਜਾਵੇ ਕਿ ਉਹਨਾਂ ਦੇ ਜਿਹੜੇ ਕਾਰੋਬਾਰ ਹੈ ਉਹ ਚਲਾਏ ਜਾਣ ਤਾਂ ਕਿ ਉਹ ਆਪਣੇ ਬੱਚਿਆਂ ਦੀ ਰੋਜੀ ਰੋਟੀ ਦਾ ਜਿਹੜਾ ਪਾਲਣ ਕਰ ਸਕਣ। ਔਰ ਦੂਸਰਾ ਅਸੀਂ ਫੈਸਲਾ ਕੀਤਾ ਹੈ ਕਿ ਜਿਹੜਾ ਹੁਣ ਹਾੜੀ ਦਾ ਸੀਜ਼ਨ ਲੰਘ ਚੁੱਕਿਆ ਹੈ, ਕਣਕ ਦਾ ਸੀਜ਼ਨ ਲੰਘ ਚੁੱਕਿਆ, ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਅਸੀਂ ਇੱਥੇ ਉਸੇ ਤਰ੍ਹਾਂ ਦੀ ਜਿਹੜੀ ਚਹਿਲ ਪਹਿਲ ਜਿਵੇਂ ਪਹਿਲਾਂ ਸੀਗੀ ਅਪ੍ਰੈਲ ਤੇ ਕਟਾਈ ਤੋਂ ਪਹਿਲਾਂ, ਉਸੇ ਤਰ੍ਹਾਂ ਦੀ ਚਹਿਲ ਪਹਿਲ ਕਰਨੀ ਹੈ। 10 ਤਰੀਕ ਨੂੰ ਔਰ 12 ਤਰੀਕ ਨੂੰ ਸੰਭੂ ਬਾਰਡਰ ਔਰ ਖਨੌਰੀ ਬਾਰਡਰ ਦੇ ਜ਼ਰੀਏ ਸਾਡੇ ਬਹੁਤ ਵੱਡੇ ਜਥੇ ਜਿਹੜੇ ਹੈਗੇ ਨੇ ਉਹ ਆਉਣਗੇ ਅਤੇ ਬਾਕੀ ਦੇ ਜਿਹੜੇ ਲੋਕ ਨੇ ਉਹ ਰੇਲਾਂ ਰਾਹੀਂ ਵੀ ਜਿੰਨੇ ਹੈਗੇ ਪਹੁੰਚ ਸਕਣੇ ਇੱਥੇ ਪਹੁੰਚਣਗੇ। ਔਰ 10 ਤੇ 12 ਤਰੀਕ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਉਸੇ ਤਰ੍ਹਾਂ ਜਿਹੜਾ ਸਾਡੇ ਸਾਥੀ ਮੋਢੇ ਨਾਲ ਮੋਢਾ ਜੋੜ ਕੇ ਇਸ ਦੀ ਰੌਣਕ ਨੂੰ ਵਧਾਉਣਗੇ ਔਰ ਅਸੀਂ ਆਪਣਾ ਜਿਹੜਾ ਇਹ ਅੰਦੋਲਨ ਹੈ, ਇਹ ਮੋਰਚਾ ਹੈ, ਇਹਨੂੰ ਸਫਲਤਾ ਵੱਲ ਲੈ ਕੇ ਜਾਵਾਂਗੇ। ਬਾਕੀ ਜਿਹੜਾ ਪੋਲੀਟੀਕਲ ਤੌਰ ਤੇ ਜਿਹੜਾ ਮੋਦੀ ਦਾ ਜੋ ਹਸ਼ਰ ਹੋਇਆ, ਮੋਦੀ ਜੋ ਕਹਿੰਦਾ ਸੀ ਦਿਲ ਦੀ ਮਨ ਦੀ ਬਾਤ ਕਹਿਣਾ ਸੀ ਜਾਂ ਕਹਿੰਦਾ ਸੀ ਕਿ ਮੈਂ ਬਹੁਤ ਸਫਲ ਸ਼ਾਸਕ ਹਾਂ, ਉਹ ਇਸ 5 ਸੂਬਿਆਂ ਦੀਆਂ ਚੋਣਾਂ ਨੇ ਔਰ ਦਿੱਲੀ ਦਾ ਆਪਣਾ ਯੂਪੀ ਦੀਆਂ ਪੰਚਾਇਤੀ ਚੋਣਾਂ ਨੇ ਸਾਬਤ ਕਰਤਾ ਕਿ ਜਿਹੜੀਆਂ ਉਹਦੀਆਂ ਨੀਤੀਆਂ ਫੇਲ ਹੋ ਚੁੱਕੀਆਂ ਨੇ, ਉਹ ਜਿਹੜੀਆਂ ਫੁੱਟਬਾਲ ਨੀਤੀਆਂ ਸੀ ਉਹਦੀਆਂ ਉਹ ਖਤਮ ਹੋ ਚੁੱਕੀਆਂ ਨੇ। ਇਸ ਕਰਕੇ ਅਸੀਂ
ਭਾਰਤ ਦੇ ਲੋਕਾਂ ਦਾ, ਯੂਪੀ ਦੇ ਲੋਕਾਂ ਦਾ ਔਰ 5 ਸਟੇਟਾਂ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਜਿਹੜਾ ਇੱਥੋਂ ਦੀ ਕੇਂਦਰ ਦੀ ਸਰਕਾਰ ਨੂੰ ਸਿਆਸੀ ਸਬਕ ਸਿਖਾਇਆ ਤੇ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਔਰ ਅਸੀਂ ਇਹ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕੇਂਦਰ ਦੀ ਸਰਕਾਰ ਨੂੰ ਕਿ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਵੱਡਾ ਜਿਹੜਾ ਹੈਗਾ ਪੋਲੀਟੀਕਲ ਜਿਹੜਾ ਇਹਦਾ ਖਮਿਆਜਾ ਭੁਗਤਣਾ ਪੈਣਾ, ਜਿਸ ਦਾ ਜ਼ਿੰਮੇਵਾਰ ਇੱਥੋਂ ਦੀ ਕੇਂਦਰ ਦੀ ਸਰਕਾਰ, ਮੋਦੀ ਦੀ ਸਰਕਾਰ, ਬੀਜੇਪੀ ਹੋਵੇਗੀ। ਧੰਨਵਾਦ। ਹੁਣ ਸਰਦਾਰ ਹਰਿੰਦਰ ਸਿੰਘ ਜੀ ਲੱਖੋਵਾਲ। ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਲਈ ਬਣਦੀਆਂ ਨੇ। ਸਾਡੇ ਮਾਲ ਦੀ ਰਾਖੀ ਤਾਂ ਕੀ ਸੀ ਤੇ ਸਾਡੀ ਜਾਨ ਦੀ ਰਾਖੀ ਵੀ ਇਹ ਸਰਕਾਰਾਂ ਨੇ ਨਹੀਂ ਕਰ ਸਕੀਆਂ। ਸਾਨੂੰ ਜਿਹੜੀਆਂ ਮੁੱਢਲੀਆਂ ਲੋੜਾਂ ਸੀ, ਆਕਸੀਜਨ ਇੱਕ ਮੁੱਢਲੀ ਲੋੜ ਸੀ, ਉਹ ਸਾਡੇ ਦੇਸ਼ ਕੋ ਹੈ ਨਹੀਂ, ਪਾਕਿਸਤਾਨ ਕੋ ਹੈਗੀ ਆ। ਛੋਟੇ ਛੋਟੇ ਦੇਸ਼ਾਂ ਕੋ ਆਕਸੀਜਨ ਦੇ ਸਿਲੰਡਰ ਹੈਗੇ ਆ। ਅੱਜ ਹਾਲਤ ਕੀ ਹੋਈ ਪਈ ਆ ਵੀ ਲੋਕ ਆਕਸੀਜਨ ਦੇ ਸਿਲੰਡਰ ਖਰੀਦ ਕੇ ਆਪਦੇ ਘਰਾਂ ਦੇ ਵਿੱਚ ਰੱਖ ਰਹੇ ਨੇ ਤੇ ਆਕਸੀਜਨ ਦੇ ਸਿਲੰਡਰ ਜਮ੍ਹਾਂ ਕਰਵਾ ਰਹੇ ਨੇ। ਬਾਹਰੋਂ ਮੈਨੂੰ ਵੀ ਫੋਨ ਆਇਆ ਵੀ ਆਕਸੀਜਨ ਦੇ ਸਿਲੰਡਰ ਖਰੀਦ ਕੇ ਰੱਖ ਲਏ ਜਾਣ। ਇਹ ਸਾਡੇ ਅੱਜ ਹਾਲਾਤ ਹੋਏ ਨੇ ਦੇਸ਼ ਦੇ ਵਿੱਚ। ਉੱਪਰੋਂ ਲਾਕਡਾਊਨ ਕਰਕੇ ਸਾਡੇ ਸਾਰਾ ਜਿਹੜਾ ਆਮ ਦੁਕਾਨਦਾਰ, ਰੇਹੜੀ, ਰਿਕਸ਼ਾ, ਸਾਰਿਆਂ ਦਾ ਕਚੁੰਬਰ ਕੱਢਿਆ ਜਾ ਰਿਹਾ। ਜਿਹੜਾ ਬੰਦਾ ਰੋਜ਼ 500 ਰੁਪਇਆ ਦਿਹਾੜੀ ਲੈ ਕੇ ਆਉਂਦਾ, ਜੇ ਲਾਕਡਾਊਨ ਲੱਗ ਜੂਗਾ ਤਾਂ ਆਪਦੇ ਬੱਚਿਆਂ ਦਾ ਪੇਟ ਕਿਵੇਂ ਪਾਲਿਆ ਜਾਊ? ਉਹਦਾ ਅਸੀਂ ਵਿਰੋਧ ਕਰਦੇ ਹਾਂ ਤੇ 8 ਤਰੀਕ ਨੂੰ ਅਸੀਂ ਜਿਹੜਾ ਐਲਾਨ ਕੀਤਾ ਵੀ ਉਹ ਲਾਕਡਾਊਨ ਅਸੀਂ ਖਿਲਾਵਾਂਗੇ। ਦੂਸਰਾ ਜਿਹੜਾ ਅਸੀਂ ਬੇਨਤੀ ਕਰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਅਸੀਂ ਪੰਜਾਬ ਵਾਲਿਆਂ ਨੇ ਫੈਸਲਾ ਕੀਤਾ ਵੀ 10 ਤਰੀਕ ਨੂੰ ਤੇ 12 ਤਰੀਕ ਨੂੰ ਵੱਡੇ ਜਥੇ ਪੰਜਾਬ ਦੇ ਵਿੱਚੋਂ ਤੁਰਨਗੇ। ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ, ਉਹ ਵੀ ਤੁਰਨਗੇ। ਉਵੇਂ ਹੀ ਪਹਿਲਾਂ ਦੀ ਤਰ੍ਹਾਂ ਇੱਥੇ ਚਹਿਲ ਪਹਿਲ ਹੋ ਜੂਗੀ। ਤੇ ਇਹ ਬੇਨਤੀਆਂ ਕਰਕੇ ਮੈਂ ਇੰਨਾ ਹੀ ਕਹਿਣਾ ਹਾਂ ਵੀ ਜ਼ਰੂਰ ਹਰ ਘਰ ਦੇ ਵਿੱਚੋਂ ਇੱਕ ਆਦਮੀ ਇੱਥੇ ਪਹੁੰਚੋ ਤਾਂ ਕਿ ਮੋਰਚੇ ਨੂੰ ਆਪਾਂ ਜਿੱਤਿਆ ਜਾ ਸਕੇ। ਤੇ ਸਰਕਾਰ ਨੂੰ ਵੀ ਚਾਹੀਦਾ ਵੀ ਕਰੋਨੇ ਦੀ ਬਿਮਾਰੀ ਦੇ ਤੁਸੀਂ ਕਰੀ ਜਾਂਦੇ ਹੋ, ਅਦਾਲਤਾਂ ਨੂੰ ਵੀ ਚਾਹੀਦਾ ਵੀ ਸਾਡੀਆਂ ਮੰਗਾਂ ਮੰਨ ਲਈਆਂ ਜਾਣ, 3 ਕਾਨੂੰਨ ਵਾਪਸ ਲੈ ਲਏ ਜਾਣ। ਕੋਈ ਸਾਨੂੰ ਚਾਅ ਨਹੀਂ ਇੱਥੇ ਬੈਠਣ ਦਾ, ਇਹ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਧੰਨਵਾਦ। ਹਾਂਜੀ, ਬਰਵਿੰਦਰ ਰਾਜੂ ਜੀ। ਬਹੁਤ ਹੀ ਧੰਨਵਾਦ ਪੱਤਰਕਾਰ ਸਾਥੀਆਂ ਦਾ। ਜਿੱਦਾਂ ਸਾਡੇ ਕਿਸਾਨ ਆਗੂਆਂ ਨੇ ਗੱਲ ਦੱਸੀ ਹੈ ਵੀ ਕਰੋਨਾ ਦੀ ਆੜ ਵਿੱਚ ਇਹਨਾਂ ਕਾਨੂੰਨ ਲਿਆਂਦੇ, ਕਰੋਨਾ ਦੀ ਆੜ ਵਿੱਚ ਇਹਨਾਂ ਨੇ ਇਹ ਆਰਡੀਨੈਂਸ ਲੈਂਦੇ, ਹਰ ਚੀਜ਼ ਕਰੋਨਾ ਦੀ ਆੜ ਵਿੱਚ ਲੈਂਦੀ। ਕਰੋਨਾ ਦੀ ਆੜ ਵਿੱਚ ਸਾਡੀ ਜ਼ਮੀਨਾਂ ਇਹ ਖੋਣੀਆਂ ਚਾਹੁੰਦੇ, ਪਰ ਅਸੀਂ ਇਹ ਕਰੋਨਾ ਦੀ ਆੜ ਦੇ ਵਿੱਚ ਕਿਸੇ ਵੀ ਆਪਣੀ ਜ਼ਮੀਨ ਜਿਹੜੀ ਆ, ਇਹ ਸਾਡੇ ਬੱਚਿਆਂ ਦੀ ਜਿਹੜੀ ਜ਼ਮੀਨ ਆ, ਸਾਡੀ ਹੋਣ ਦੀ ਲੜਾਈ ਆ, ਉਹ ਲੜਾਂਗੇ ਤੇ ਜਿੱਤਾਂਗੇ, ਜਿੱਤ ਕੇ ਜਾਵਾਂਗੇ। ਇਸ ਕਰਕੇ ਮੈਂ ਅਪੀਲ ਕਰਦਾ ਕਿ 10 ਤਰੀਕ ਨੂੰ ਤੇ 12 ਤਰੀਕ ਨੂੰ ਬਹੁਤ ਤਗੜੇ ਜਥੇ ਜਿਹੜੇ ਸਾਡੇ, ਜਿੱਦਾਂ 26 ਨਵੰਬਰ ਨੂੰ ਇੱਥੇ ਆਈ, ਇਸੇ ਤਰ੍ਹਾਂ ਹੀ ਫਿਰ ਅਸੀਂ ਇਹ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ, ਜਿੰਨੇ ਵੀ ਸਾਡੇ 5 ਬਾਰਡਰ ਆ, 5 ਬਾਰਡਰਾਂ ਤੇ ਪੂਰਾ ਤਗੜੇ ਜਥੇ ਲੈ ਕੇ ਪਹੁੰਚਾਂਗੇ। ਇੰਨੀਆਂ ਬੇਨਤੀਆਂ ਕਰਦਾ। ਧੰਨਵਾਦ ਜੀ। ਹੁਣ ਅਖੀਰ ਦੇ ਵਿੱਚ ਤੁਹਾਡੇ ਨਾਲ ਸਰਦਾਰ ਜਸਵੀਰ ਸਿੰਘ ਜੀ ਸਿੱਧੂਪੁਰ ਮੁਖਾਤਬ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਹੀ ਨਹੀਂ ਕਿ ਕਰੋਨਾ ਹੈਗਾ। ਜੇ ਕਰੋਨਾ ਹੈਗਾ ਤਾਂ ਸਰਕਾਰ ਇਸ ਤਰ੍ਹਾਂ ਕਿਉਂ ਕਰਦੀ ਆ ਜਿਵੇਂ ਕਿਤੇ ਕਿਸੇ ਵੀ ਦੇਸ਼ ਦੇ ਅੰਦਰ ਕੋਈ ਅੰਦਰੂਨੀ ਸੰਕਟ ਆ ਜਾਂਦਾ ਤਾਂ ਉਸ ਦੇਸ਼ 'ਚ ਕਰਫਿਊ ਲਾਉਣਾ ਪੈਂਦਾ ਤੇ ਉਸ ਦੇਸ਼ 'ਚ ਫਿਰ ਜ਼ਰੂਰੀ ਵਸਤਾਂ ਲਈ 2 ਘੰਟੇ ਜਾਂ 4 ਘੰਟੇ ਲਈ ਖੁੱਲ੍ਹ ਦਿੱਤੀ ਜਾਂਦੀ ਹੈ ਤੇ ਉਸ ਮਨੁੱਖਤਾ ਜਿਹੜੇ ਆਪਣੀਆਂ ਲੋੜ ਦੀਆਂ ਚੀਜ਼ਾਂ ਲੈਣ ਲਈ ਮਨੁੱਖ ਬਾਜ਼ਾਰ 'ਚ ਜਾਂਦੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ। ਹੁਣ ਸਰਕਾਰ ਹੀ ਕਰੋਨਾ ਫੈਲਾਉਣ ਦੇ ਵਿੱਚ ਸਭ ਤੋਂ ਵੱਧ ਮੂਹਰੇ ਹੈ, ਕਿਉਂਕਿ ਸਾਨੂੰ 2 ਘੰਟੇ ਜਾਂ 4 ਘੰਟੇ ਲਈ ਦਿੰਦੀ ਹੈ ਖੁੱਲ੍ਹ ਕੇ ਤੁਸੀਂ ਸਬਜ਼ੀਆਂ ਖਰੀਦੋ ਜਾਂ ਜੋ ਆਪਣੀਆਂ ਲੋੜ ਦੀਆਂ ਵਸਤਾਂ ਖਰੀਦ ਸਕਦੇ ਹੋ। ਜਦੋਂ ਸਾਰੀ ਲੁਕਾਈ ਥੋੜੇ ਸਮੇਂ ਲਈ ਦੁਕਾਨਾਂ ਤੇ ਜਾਂਦੀ ਆ ਤਾਂ ਉੱਥੇ ਝੁੰਡ ਬਣ ਕੇ ਲੋਕੀ ਇਕੱਠੇ ਹੁੰਦੇ ਨੇ ਤੇ ਉਹ ਜੇ ਛੂਤ ਦੀ ਬਿਮਾਰੀ ਆ ਤਾਂ ਉਹ ਸਾਨੂੰ ਸਰਕਾਰ ਹੀ ਕਰੋਨਾ ਨੂੰ ਫੈਲਾਉਣ ਵਿੱਚ ਸਭ ਤੋਂ ਵੱਧ ਅੱਗੇ ਆ, ਜਦ ਕਿ ਕਿਸਾਨ ਨਹੀਂ। ਪਰ ਉਹ ਕਿਸਾਨਾਂ ਦੀ ਬਦਨਾਮੀ ਕਰ ਰਹੇ ਕਿ ਕਿਸਾਨ ਧਰਨਾ ਲਾ ਕੇ ਆਪਣੇ ਇਹ ਕਰੋਨਾ ਫੈਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਥੀਓ, ਕੋਈ ਸਵਾਲ? ਜਿਸ ਤਰ੍ਹਾਂ ਹੀ ਸਰਕਾਰ ਨਾਲ ਗੱਲਬਾਤ ਵੀ ਕੋਈ ਆਸਾਨ ਬਣ ਰਹੀ ਨਹੀਂ, ਕਿਉਂਕਿ ਕਰੋਨਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕਰੋਨਾ ਬਹੁਤ ਵੱਡੇ ਪੱਧਰ ਤੇ ਆ ਗਿਆ, ਦੂਜੇ ਪਾਸੇ ਸਰਕਾਰ ਗੱਲ ਵੀ ਨਹੀਂ ਕਰ ਰਹੀ। ਦੇਖੋ, ਅਸੀਂ ਤਾਂ ਗੱਲਬਾਤ ਲਈ ਸਦਾ ਹੀ ਆਸਬੰਦ ਰਹੇ ਹਾਂ ਔਰ ਅੱਗੇ ਵਾਸਤੇ ਵੀ ਹਾਂ। ਔਰ ਅਸੀਂ ਜੋ ਹੁਣ ਤੁਹਾਡੇ ਨਾਲ ਬਾਤਚੀਤ ਕੀਤੀ ਹੈ ਉਹਦੇ ਤੋਂ ਵੀ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਗੱਲਬਾਤ ਕਰਨ ਦੇ ਮੂਡ 'ਚ ਸ਼ਾਇਦ ਨਹੀਂ। ਜ਼ਿਆਦਾਤਰ
ਉਹ ਕਰੋਨਾ ਵਾਲੇ ਪਾਸੇ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਜ਼ਿਆਦਾ ਫੈਲਾ ਰਹੀ ਹੈ ਸਾਰੇ ਹਿੰਦੁਸਤਾਨ ਪੱਧਰ ਤੇ ਕਿਸ ਤਰ੍ਹਾਂ ਹਸਪੀਟਲਾਂ ਦਾ ਹੋਰ ਉਹ ਸਾਰਾ ਆਕਸੀਜਨ ਦੀ ਘਾਟ। ਪਹਿਲਾਂ ਮੋਦੀ ਸਾਹਿਬ ਦਾ ਇਹ ਕਹਿਣਾ ਕਿ ਅਸੀਂ ਦੁਨੀਆ ਦੇ ਵਿੱਚ ਇਹਨੂੰ ਜਿਹੜੀ ਵੈਕਸੀਨ ਇਹਨੂੰ ਆਜ਼ਾਦ ਕਰਨ ਦੇ ਵਿੱਚ ਮੋਹਰੀ ਹਾਂ ਔਰ ਇਸ ਨੂੰ ਜਿਹੜਾ ਪ੍ਰੋਡਕਸ਼ਨ ਹੈ ਜਿਹੜੀ ਉਹ ਵੀ ਪੈਦਾਵਾਰ ਇੱਥੋਂ ਫਾਰਮਾਸਿਊਟਿਕਲ ਕੰਪਨੀਆਂ ਨੇ ਜਿਹੜੀਆਂ ਉਹਨਾਂ ਰਾਹੀਂ ਉਹ ਵੀ ਅਸੀਂ ਪਹਿਲੇ ਹਾਂ ਔਰ ਵਿਦੇਸ਼ਾਂ ਨੂੰ ਅਸੀਂ ਇੰਪੋਰਟ ਕਰ ਰਹੇ ਹਾਂ। ਉਹਦਾ ਹੁਣ ਜਿਹੜਾ ਹੈ ਉਹ ਨੰਗਾ ਹੋ ਚੁੱਕੀ ਸਰਕਾਰ ਦਾ ਜਿਹੜਾ ਹੈਗਾ ਬਿਲਕੁਲ ਨੰਗੀ ਹੋ ਗਈ ਇਸ ਗੱਲ ਕਰਕੇ ਕਿ ਜਿਹੜਾ ਅੱਜ ਸਥਿਤੀ ਹੈ ਨਾ ਆਕਸੀਜਨ ਮਿਲ ਰਹੀ ਹੈ ਔਰ ਨਾ ਵੈਕਸੀਨ ਹੈ ਜਿਹੜੀ ਹੁਣ ਉਹ ਰੱਦ ਕਰਨੀ ਪਈ ਹੈ। 18 ਤੋਂ 45 ਸਾਲ ਦੀ ਜਿਹੜੇ ਏਜ ਦੇ ਲੋਕ ਸੀ ਉਹਨਾਂ ਨੂੰ ਲਾਉਣ ਵਾਲੀ ਉਹਨੂੰ ਰੱਦ ਕਰਨਾ ਪੈ ਗਿਆ। ਸਰਕਾਰ ਦੇ ਪ੍ਰਬੰਧ ਚੰਗੇ ਨਹੀਂ। ਇਹ ਸੁਪਰੀਮ ਕੋਰਟ ਨੇ, ਦਿੱਲੀ ਦੀ ਹਾਈ ਕੋਰਟ ਨੇ, ਇਹ ਸਾਰਿਆਂ ਨੇ ਜਿਹੜਾ ਸਪਸ਼ਟ ਦੱਸ ਦਿੱਤਾ ਕਿੱਡਾ ਸਖਤ ਮੈਸੇਜ ਲਾਇਆ ਕਿ ਅੱਜ ਜਿਹੜਾ ਖਪਤਕਾਰ ਮਾਮਲਿਆਂ ਦੇ ਮੰਤਰੀ ਨੇ ਪਿਊਸ਼ ਗੋਇਲ ਉਹਨਾਂ ਨੂੰ ਕੋਰਟ ਦੇ ਵਿੱਚ ਸੱਦਿਆ ਗਿਆ ਹੈ ਆਪ ਹਾਜ਼ਰ ਹੋਣ ਲਈ ਕਿ ਉਹ ਸਾਰੇ ਪ੍ਰਬੰਧਨ ਜਿਹੜੇ ਹੈਗੇ ਨੇ ਜਨਤਾ ਦੀ ਵਾਸਤੇ ਨਹੀਂ ਕਰ ਸਕੇ। ਕਿਉਂ ਨਾ ਤੁਹਾਡੇ ਉੱਤੇ ਜਿਹੜਾ ਹੈ ਕਿਸੇ ਤਰ੍ਹਾਂ ਵੀ ਮਤਲਬ ਕਤਲ ਦੇ ਕੇਸ ਜਾਂ ਉਹ ਦਰਜ ਕੀਤੇ ਜਾਣ। ਇੱਥੇ ਤੱਕ ਸਖਤ ਵਾਰਨਿੰਗਾਂ ਸਰਕਾਰ ਨੂੰ ਮਿਲ ਰਹੀਆਂ ਨੇ। ਇਸ ਤੋਂ ਵੱਡੀ ਸਰਕਾਰ ਦੀ ਲਈ ਬੇਸ਼ਰਮੀ ਦੀ ਗੱਲ ਕੀ ਹੋ ਸਕਦੀ ਹੈ। ਪਰ ਉਹ ਇਸ ਗੱਲ ਤੇ ਵਜਦ ਹੈ ਕਿ ਇਸ ਕਰੋਨਾ ਰਾਹੀਂ ਲੋਕਡਾਊਨ ਲਾ ਕੇ ਇਸ ਅੰਦੋਲਨ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ। ਜ਼ਿਆਦਾਤਰ ਉਹਨਾਂ ਦੀ ਇਸ ਪਾਸੇ ਵੱਲ ਧਿਆਨ ਹੈ। ਸੋ ਉਹ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜਾ ਹੈਗਾ ਇਸ ਮਸਲੇ ਤੇ ਬਿਲਕੁਲ ਸੰਜੀਦਾ ਨਹੀਂ, ਪਰ ਅਸੀਂ ਆਸਵੰਦ ਹਾਂ ਔਰ ਇਹ ਹੀ ਸਾਡਾ ਪ੍ਰੋਗਰਾਮ ਜਿਹੜਾ 10 ਵਾਲਾ ਤੇ 12 ਵਾਲਾ ਦਿੱਤਾ ਹੈ ਅਸੀਂ ਪੰਜਾਬ ਦੇ ਵਿੱਚ ਹਰ ਘਰ ਨੂੰ ਆਉਣ ਦਾ ਸੱਦਾ, ਉਹ ਵੀ ਇਸੇ ਦਾ ਕਾਰਨ ਹੈ। ਸਰਕਾਰ ਪਾਬੰਦੀਆਂ ਵੀ ਲਗਾ ਰਹੀ ਆ, ਕਰੋਨਾ ਬਹੁਤ ਵੱਧ ਗਿਆ, ਤੁਸੀਂ ਇੱਥੇ ਬੁਲਾ ਰਹੇ ਹੋ, ਫਿਰ ਤੁਹਾਡੇ ਤੇ ਐਲੀਗੇਸ਼ਨ ਨਹੀਂ ਲੱਗੂਗਾ ਜੇ ਇੱਥੇ ਕਰੋਨਾ ਫੈਲਦਾ? ਦੇਖੋ ਅਸੀਂ ਜਿੰਨੀ ਰੌਣਕ ਪਹਿਲਾਂ ਹੈ ਇਹਦੇ ਵਿੱਚ ਜੇ ਆ ਜਾਣਗੇ ਕੋਈ ਐਡੀ ਗੱਲ ਨਹੀਂ ਹੈਗੀ। ਇੰਨੇ ਕੋਈ ਬਹੁਤ ਲੱਖਾਂ ਦੀ ਗਿਣਤੀ 'ਚ ਨਹੀਂ ਆਣੇ। ਇਹ ਜਿਹੜੇ ਬਾਰਡਰ ਨੇ ਇਹਨਾਂ ਦੀ ਜਿਹੜੀ ਗਿਣਤੀ ਹੈ ਉਹਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਣ ਵਾਸਤੇ ਜਿੰਨੀ ਪਹਿਲਾਂ ਹੁੰਦੀ ਸੀ ਉਸ ਪੱਧਰ ਤੇ ਲੈ ਕੇ ਜਾਣਾ ਹੈ। ਔਰ ਅਸੀਂ ਹਰ ਰੋਜ਼ ਸਰਕਾਰ ਪਤਾ ਨਹੀਂ ਕੀ ਸਮਝਦੀ ਹੈ ਸਾਡੇ ਬਾਰੇ। ਸਰਕਾਰ ਤਾਂ ਬੜੇ ਚਿਰਾਂ ਤੋਂ ਐਲਾਨ ਕਰ ਰਹੀ ਹੈ ਕਿ ਇਹ ਜਿਹੜਾ ਹੈ ਫੈਲਾ ਰਹੇ ਨੇ ਆਪਣਾ ਕਿਸਾਨ। ਜਦੋਂ ਕਿ ਅਸੀਂ ਦਿੱਲੀ ਦੇ ਬਾਹਰ ਬੈਠੇ ਹਾਂ, ਕਿਸਾਨਾਂ 'ਚੋਂ ਅੱਜ ਤੱਕ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ ਕਿ ਕੋਈ ਇੱਥੇ ਵੱਡੀਆਂ ਮੌਤਾਂ ਹੋਈਆਂ ਹੋਣ। ਪ੍ਰਬੰਧ ਕਰੇ ਜਾਣਗੇ ਜੀ ਤੁਹਾਡੇ ਵੱਲੋਂ? ਪ੍ਰਬੰਧ ਕਰੇ ਜਾਣਗੇ? ਹਾਂ, ਅਗਲੀ ਮੈਂ ਗੱਲ ਕਰ ਰਿਹਾ ਸੀ ਵੀ ਅਸੀਂ ਜਿਹੜਾ ਹੈਗਾ ਜਿਹੜਾ ਆਪਣਾ ਉਹਨਾਂ ਨੂੰ ਕਿਹਾ ਹੋਇਆ ਕਿ ਇੱਥੇ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਾਰੇ ਪ੍ਰਬੰਧ ਕਰੇ। ਸਰਕਾਰ ਜੇ ਨਹੀਂ ਕਰਦੀ ਤੁਸੀਂ ਆਪਣੇ ਤੌਰ ਤੇ ਕਰੋ। ਅਸੀਂ ਆਪਣੇ ਤੌਰ ਤੇ ਡਾਕਟਰਾਂ ਰਾਹੀਂ ਡਾਕਟਰਾਂ ਨੂੰ ਸਟੇਜਾਂ ਤੇ ਬੁਲਾਉਂਦੇ ਆ ਟਿੱਕਰੀ ਤੇ। ਇੱਥੇ ਉਹ ਪ੍ਰੀਕਾਸ਼ਨ ਦੇ ਕੇ ਜਾਂਦੇ ਨੇ ਵੀ ਆਹ ਹਦਾਇਤਾਂ ਦੇ ਕੇ ਜਾਂਦੇ ਨੇ ਵੀ ਇਹਨਾਂ ਦਾ ਪਾਲਣ ਕੀਤਾ ਜਾਵੇ, ਸੋਸ਼ਲ ਡਿਸਟੈਂਸਿੰਗ। ਹਾਂਜੀ, ਉਹਦੇ ਵਿੱਚ ਮਾਸਕ ਪਾਉਣਾ ਕਿਉਂਕਿ ਅਸੀਂ ਬੋਲਣਾ ਹੁਣ ਜਦੋਂ ਇੱਥੇ ਮਾਈਕ ਤੇ ਤਾਂ ਹੁਣ ਫਿਰ ਵੀ ਤਾਂ ਮੂੰਹ ਖੋਲ੍ਹਣਾ ਹੀ ਪੈਣਾ ਹੈ। ਤੇ ਕਈ ਕਿਸਾਨ ਲੀਡਰ ਇਹ ਵੀ ਕਹਿੰਦੇ ਆ ਵੀ ਕਰੋਨਾ ਹੈ ਨਹੀਂ। ਜੋ ਇਹ ਗੱਲ ਕਿਉਂ ਕਹਿੰਦੇ? ਕਿਉਂਕਿ ਆਪਾਂ ਨੂੰ ਪਤਾ ਵੀ ਕਰੋਨਾ ਹੈਗਾ, ਪਰ ਜਾਣਬੁੱਝ ਕੇ ਹੋ ਸਕਦਾ ਵੀ ਸਰਕਾਰ ਵੱਧ ਕਹੇ ਹੋਵੇ, ਪਰ ਹੈ ਤਾਂ ਹੈਗਾ। ਪਰ ਕਿਸਾਨ ਲੀਡਰਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਕਿ ਹੈ ਨਹੀਂਗਾ। ਇੱਕ ਮਿੰਟ ਮੈਂ ਸੁਣੋ, ਜਿਹੜਾ ਅਸੀਂ ਨੇ ਕਦੇ ਨਹੀਂ ਕਿਹਾ ਹੈਗਾ ਵੀ ਕਰੋਨਾ ਹੈ ਨਹੀਂ। ਅਸੀਂ ਇਹ ਕਹਿੰਦੇ ਕਰੋਨਾ ਜਿੰਨਾ ਹੋਊਗਾ ਉਹਦਾ ਫੈਲਾਇਆ ਜਾ ਰਿਹਾ। ਜਿੰਨਾ ਕਰੋਨਾ ਦੇ ਨਾਂ ਤੇ ਲੋਕਡਾਊਨ ਲਾ ਕੇ ਲੋਕਾਂ ਦੀਆਂ ਜਿਹੜੀਆਂ ਹੈਗੇ ਨੇ ਉਹਨਾਂ ਦਾ ਹੱਕਾਂ ਦਾ ਘਾਣ ਕੀਤਾ ਜਾ ਰਿਹਾ, ਅਸੀਂ ਉਹਦੇ ਵਿਰੋਧ 'ਚ ਹਾਂ। ਪਰ ਇਹਦਾ ਮਸਲਾ ਇਹਨੂੰ ਨਜਿੱਠਿਆ ਜਾ ਸਕਦਾ ਜੇਕਰ ਸਰਕਾਰ ਮਤਲਬ ਆਪਦੇ ਜ਼ਿੰਮੇਵਾਰੀਆਂ ਤੇ ਪੂਰਾ ਉਤਰੇ। ਅੱਜ ਬੀਜੇਪੀ ਨੇ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕੀਤਾ ਹੈ ਬੰਗਾਲ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ, ਤੁਹਾਡਾ ਕੀ ਕਹਿਣਾ ਹੈ ਉਹਨਾਂ ਦੇ ਇਕੱਠ ਬਾਰੇ? ਇੱਕ ਤਾਂ ਮੈਂ ਕਰੋਨਾ ਬਾਰੇ ਥੋੜਾ ਜਿਹਾ ਸਾਫ਼ ਕਰ ਦਿਆਂ। ਅਸੀਂ ਪਹਿਲਾਂ ਵੀ ਕਿਹਾ ਕਿ ਕਰੋਨਾ ਹੈ, ਮਹਾਮਾਰੀ ਨਹੀਂ ਹੈ। ਬਿਮਾਰੀ ਹੈ, ਮਹਾਮਾਰੀ ਨਹੀਂ ਹੈ। 450 ਦੇ ਕਰੀਬ ਇੱਥੇ ਮੌਤਾਂ ਹੋ ਚੁੱਕੀਆਂ, ਸ਼ਹੀਦ ਹੋ ਚੁੱਕੇ ਆ। 1-2 ਕੇਸਾਂ ਤੋਂ ਸਿਵਾਏ ਕਰੋਨਾ ਦੇ ਕੇਸ ਨਹੀਂ ਆਏ। ਸਾਰੇ ਬਾਰਡਰਾਂ ਤੇ ਕੋਈ ਵੀ ਆਦਮੀ ਬਿਮਾਰ ਨਹੀਂ ਹੈ ਕੋਈ ਅੱਜ ਹਸਪਤਾਲ ਦੇ ਵਿੱਚ ਪਿਆ ਹੋਵੇ ਕਰੋਨਾ ਦਾ ਮਰੀਜ਼ ਹੋਵੇ। ਕਰੋਨਾ ਆਗਿਆਕਾਰ ਬਹੁਤ ਹੈ ਇਹਨਾਂ ਸਰਕਾਰਾਂ ਦਾ। ਜਦੋਂ ਪੱਛਮੀ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ ਕਰਨੀਆਂ ਸੀ, ਮੋਦੀ ਜੀ ਨੇ ਕਹਿਤਾ ਕਿ ਕਰੋਨਾ ਉੱਥੇ ਨਾ ਆਈ, ਉੱਥੇ ਨਹੀਂ ਗਿਆ। ਜਦੋਂ ਇਲੈਕਸ਼ਨਾਂ ਹੋ ਗਈਆਂ ਫਿਰ ਉੱਥੇ ਆ ਜਾਂਦਾ। ਦੁਕਾਨਾਂ ਤੇ ਕਰੋਨਾ ਆਉਂਦਾ, ਜਿਹੜੀਆਂ ਕਰਿਆਨੇ ਦੀਆਂ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ ਹੋਰ ਹੈ। ਜਿਹੜੇ ਸ਼ਰਾਬ ਦੇ ਠੇਕੇ ਆ ਉਹਨਾਂ ਤੇ ਨਹੀਂ ਆਉਂਦਾ, ਭਾਵੇਂ 8 ਵਜੇ ਤੱਕ ਖੁੱਲ੍ਹੇ ਰਹਿਣ, 9 ਵਜੇ ਤੱਕ ਖੁੱਲ੍ਹੇ ਰਹਿਣ, 10 ਵਜੇ ਤੱਕ ਖੁੱਲ੍ਹੇ ਰਹਿਣ, ਉੱਥੇ ਨਹੀਂ ਜਾਂਦਾ ਬੈਚ ਨੂੰ ਆ ਕਰੋਨਾ। ਇਹ ਬਹੁਤ ਜ਼ਿਆਦਾ ਝੂਠ ਤੂਫਾਨ ਫੈਲਾਇਆ ਜਾ ਰਿਹਾ। ਜਿੱਥੋਂ ਤੱਕ ਤੁਸੀਂ ਮਾਸਕਾਂ ਦੀ ਗੱਲ ਕੀਤੀ ਹੈ, ਕਦੇ ਕਿਤੇ ਵੀ ਤੁਸੀਂ ਦੇਖਿਆ ਕਿ ਆ ਸਰਕਾਰ ਵੱਲੋਂ ਮੁਹੱਈਆ ਕਰੇ ਪਏ ਆ ਵੀ ਆ ਮਾਸਕ ਲੈ ਲਓ, ਆ ਸੈਨੀਟਾਈਜ਼ਰ ਦੀਆਂ ਬੋਤਲਾਂ ਪਈਆਂ, ਸ਼ੀਸ਼ੀਆਂ ਪਈਆਂ? ਬਿਲਕੁਲ ਨਹੀਂ ਹੈ। ਲੋਕਾਂ ਨੂੰ ਡਰਾਇਆ ਵੱਧ ਜਾ ਰਿਹਾ ਹੈ, ਧਮਕਾਇਆ ਵੱਧ ਜਾ ਰਿਹਾ ਹੈ।
ਤਾਂ ਕਿ ਜਿਹੜਾ ਅੰਦੋਲਨ ਆ ਉਹ ਖਤਮ ਕੀਤਾ ਜਾਵੇ। ਸਰਕਾਰ ਨਹੀਂ ਪ੍ਰਬੰਧ ਕਰਦੀ ਪਰ ਸੰਯੁਕਤ ਮੋਰਚਾ ਤਾਂ ਕਰ ਸਕਦੀ ਹੈ, ਅਸੀਂ- ਸੈਨੇਟਾਈਜ਼ਰ ਦਾ ਪ੍ਰਬੰਧ ਕਰ ਸਕਦੀ ਹੈ ਜੀ। ਅਸੀਂ ਸੈਨੀਟਾਈਜ਼ਰ ਸਾਡੇ ਕੋਲੇ ਰੱਖੇ ਹੋਏ ਆ, ਪਰ ਸਾਨੂੰ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਐਡੀ ਛੇਤੀ ਕਰੋਨਾ ਹੋ ਜਾਊਗਾ। ਪੰਜਾਬ ਦੇ ਲੋਕਾਂ ਦੀ ਜਿਹੜੀ ਬਾਡੀ ਹੈ ਨਾ ਬੜੀ ਤਾਕਤਵਰ ਆ ਉਹ। ਜੋ ਕੋਈ ਕੇਸ ਆ ਰਹੇ ਜੀ ਫਿਰ ਪੰਜਾਬ 'ਚ ਕੇਸ ਆ ਰਹੇ ਦੇਖੋ ਕੇਸ ਜਿਹੜੇ ਆ ਰਹੇ ਆ ਨਾ, ਜਿਹੜਾ ਪਹਿਲਾਂ ਹੀ ਬਿਮਾਰ ਹੈ ਬੰਦਾ, ਉਹਨੂੰ ਕੋਈ ਟੀਬੀ ਹੈ, ਕੋਈ ਫੇਫੜਿਆਂ ਦੀ ਬਿਮਾਰੀ ਆ, ਉਹਨੂੰ ਕੋਈ ਹੋਰ ਬਿਮਾਰੀ ਹੈ, ਉਹਦੇ ਤੇ ਉਹ ਅਟੈਕ ਕਰਦਾ ਹੈ, ਤੰਦਰੁਸਤ ਸਰੀਰ ਤੇ ਨਹੀਂ ਅਟੈਕ ਕਰਦਾ। ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਕਹਿੰਦੇ ਨੇ ਕਿਸਾਨਾਂ ਦੇ ਹਟੈਸੀਆਂ ਪਰ ਉੱਥੇ ਲਾਕਡਾਊਨ ਲਾਇਆ ਜਾ ਰਿਹਾ, ਜਿਹੜੇ ਪੰਜਾਬ ਤੋਂ ਆ ਰਹੇ ਨੇ ਉਹ ਵੀ ਕਿਹਾ ਜਾ ਰਿਹਾ ਗੱਡੀਆਂ 'ਚ 2 ਤੋਂ ਵੱਧ ਲੋਕ ਨਹੀਂ ਬੈਠਣੇ ਚਾਹੀਦੇ, ਜਿਹੜੇ ਇੱਥੋਂ ਜਾਣੇ ਨੇ ਉਹਨਾਂ ਦਾ ਜਿਹੜਾ ਟੀਕਾ ਕਰਨਾ ਉਹ ਜ਼ਰੂਰੀ ਆ, ਰਿਪੋਰਟ ਜ਼ਰੂਰੀ ਆ ਉਹਨਾਂ ਦੀ ਹੋਈ ਵੀ ਉਹ ਦਿਖਾ ਕੇ ਤਾਂ ਐਂਟਰੀ ਕੀਤੀ ਜਾਊਗੀ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅੰਦੋਲਨ ਖਤਮ ਹੋਵੇ, ਸਾਰੀਆਂ ਪਾਰਟੀਆਂ ਦਾ ਇੱਕੋ ਹੀ ਮਨੋਰਥ ਹੈ, ਇਹਦੀ ਜਿੱਤ ਨਾ ਹੋਵੇ, ਸਾਰੀਆਂ ਪਾਰਟੀਆਂ ਦਾ ਇੱਕ ਮਨੋਰਥ ਹੈ। ਪੰਜਾਬ ਸਰਕਾਰ ਦਾ ਵੀ ਇਹੀ ਮਨੋਰਥ ਹੈ। ਪੰਜਾਬ ਸਰਕਾਰ ਜੇ ਚਾਹੁੰਦੀ ਹੈ ਤਾਂ ਪਰਸੋਂ ਇੱਥੋਂ ਬੱਸ ਗਈ ਹੈ ਭਰੀ ਹੋਈ, ਤਾਂ ਥਾਣੇ ਮੌੜ ਵਾਲਿਆਂ ਨੇ ਰੋਕ ਕੇ ਬੱਸ ਵਾਲਿਆਂ ਤੇ ਪਰਚਾ ਦਰਜ ਕਰਤਾ, ਲੋਕਾਂ ਨੂੰ ਕਹਿੰਦੇ ਤੁਸੀਂ ਜਾਓ ਘਰੋਂ ਘਰੀ। ਇਹ ਸਾਡਾ ਸਮਰਥਨ ਨਹੀਂ ਕਰ ਰਹੇ, ਸਾਰੇ ਹੀ ਵਿਰੋਧ ਕਰ ਰਹੇ ਆ ਇਸ ਅੰਦੋਲਨ ਦਾ। ਅਸੀਂ ਬੀਜੇਪੀ ਵਾਲੀ ਗੱਲ ਕੀਤੀ ਸੀ ਕਿ ਅੱਜ ਉਹਨਾਂ ਦੀ ਇੱਕ ਪ੍ਰਦਰਸ਼ਨ ਸੀਗਾ ਬੰਗਾਲ ਨੂੰ ਲੈ ਕੇ। ਬੀਜੇਪੀ ਨੇ ਪ੍ਰਦਰਸ਼ਨ ਕੀਤਾ ਜੀ ਬੰਗਾਲ ਦੇ ਵਿੱਚ ਹਿੱਸਾ ਨੂੰ ਲੈ ਕੇ, ਉਹਦੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਧਰਨੇ ਪ੍ਰਦਰਸ਼ਨ ਚੁੱਕ ਲਓ, ਇੱਕ ਪਾਸੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਹੈਗਾ, ਤੁਹਾਡਾ ਕੀ ਕਹਿਣਾ ਹੈ? ਦੇਖੋ ਬੂਟਾ ਸਿੰਘ ਜੀ ਨੇ ਕਹਿ ਦਿੱਤਾ ਕਿ ਜਿਹੜਾ ਇਹ ਕਰੋਨਾ ਹੈ ਇਹ ਕੇਂਦਰ ਸਰਕਾਰ ਦਾ, ਮੋਦੀ ਦਾ ਆਗਿਆਕਾਰੀ ਹੈ। ਜਿੱਥੇ ਉਹ ਭੇਜਦਾ ਉੱਥੇ ਜਾਂਦਾ, ਜਿੱਥੇ ਉਹ ਨਹੀਂ ਚਾਹੁੰਦਾ ਉੱਥੇ ਨਹੀਂ ਜਾਂਦਾ। ਇਸ ਕਰਕੇ ਹੁਣ ਮੋਦੀ ਨੇ ਉੱਥੇ ਮਨਾ ਕਰਤਾ, ਕਿਉਂਕਿ ਇਹ ਤੋਂ ਪਹਿਲਾਂ ਮਨਾ ਕੀਤਾ ਹੋਇਆ ਸੀ, ਇਲੈਕਸ਼ਨ ਤੋਂ ਪਹਿਲਾਂ ਕਿੱਡੇ ਕਿੱਡੇ ਕੱਟ ਕੀਤੇ ਹੈ, ਉੱਥੇ ਕਰੋਨਾ ਨਹੀਂ ਗਿਆ। ਤੋ ਜੇ ਆਪਾਂ ਕਹਿ ਦਈਏ ਵੀ ਕਈ ਵਾਰ ਇਹ ਹੁੰਦਾ ਹੈ ਅੱਗੇ ਅੱਖਾਂ ਤੀਏ ਤੈਨੂੰ ਨੂੰ ਇਹ ਕੰਨ ਕਰੀ, ਲੋਕਾਂ ਨੂੰ ਡਰਾਉਣ ਵਾਸਤੇ ਹੈਗਾ, ਉਹਨਾਂ ਵਾਸਤੇ ਕੋਈ ਕਰੋਨਾ ਨਹੀਂ ਹੈਗਾ। ਤੋ ਜਿੱਥੋਂ ਤੱਕ ਕਰੋਨਾ ਦੀ ਆਪਾਂ ਸਾਰੀ ਗੱਲਬਾਤ ਕਰ ਹੀ ਚੁੱਕੇ ਹਾਂ। ਕਰੋਨਾ ਦੀ ਜਿਹੜੀ ਸਮੱਸਿਆ ਹੈ ਉਹ ਏਡੀ ਵੱਡੀ ਸਮੱਸਿਆ ਨਹੀਂ ਹੈ ਜਿਹੜੀ ਬਣਾਈ ਜਾ ਰਹੀ ਹੈ। ਹੁਣ ਤੁਸੀਂ ਦੇਖੋ, ਅਸੀਂ ਬਠਿੰਡੇ ਦੀ ਗੱਲ ਆ ਗਈ ਕਿ ਜਿਹੜਾ ਇਹ ਆਪਣਾ ਜਿਹੜਾ ਕੈਂਸਰ ਆ, ਇਹਦੇ 2-3 ਹਸਪੀਟਲ ਆ ਪੰਜਾਬ ਦੇ ਵਿੱਚ। ਬਠਿੰਡੇ ਵਾਲਾ ਹਸਪੀਟਲ ਵੀ ਸਾਰਾ ਜਿਹੜੇ ਕੈਂਸਰ ਦੇ ਮਰੀਜ਼ਾਂ ਦੀ ਬਜਾਏ ਕਰੋਨਾ ਕਰਤਾ। ਤੇ ਉਦੋਂ ਪਹਿਲਾਂ ਤੁਸੀਂ ਦੇਖਿਆ ਜਦੋਂ ਕਰੋਨਾ ਨਹੀਂ ਸੀ ਉਦੋਂ ਸਾਰੇ ਲੋਕ ਕੈਂਸਰ ਨਾਲ ਮਰਦੇ ਸੀ, ਤੇ ਅੱਜ ਕੋਈ ਹੋਰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ, ਜਿਹੜਾ ਬੰਦਾ ਮਰਦਾ ਉਹ ਕਰੋਨਾ ਨਾਲ ਮਰਦਾ। ਕਿ ਸਾਰੇ ਲੋਕ ਹੀ ਕਰੋਨਾ ਨਾਲ ਮਰਦੇ ਨੇ? ਸੋ ਇਸ ਕਰਕੇ ਮਤਲਬ ਜਿਹੜਾ ਹੈਗਾ ਲੋਕਾਂ ਦੇ ਉੱਤੇ ਦਹਿਸ਼ਤ ਪਾਉਣ ਦੇ ਲਈ ਸਰਕਾਰ ਨੇ ਇਹ ਲੋਕਾਂ ਨੂੰ ਅੰਦਰ ਬੰਦ ਕਰਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਘੜੀਆਂ ਜਾ ਰਹੀਆਂ ਨੇ। ਤਾਂ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਦੇ। ਇਸੇ ਕਰਕੇ ਅਸੀਂ 8 ਮਈ ਸ਼ਨੀਚਰਵਾਰ ਨੂੰ ਇਹ ਦੱਸਣ ਵਾਸਤੇ ਸਰਕਾਰ ਨੂੰ, ਪ੍ਰੈਸ ਨੂੰ, ਲੋਕਾਂ ਨੂੰ ਕਿ ਕਰੋਨਾ ਨਹੀਂ ਹੈ, ਸੜਕਾਂ ਤੇ ਆਓ। ਉਹ ਮਤਲਬ ਜਿਹੜਾ ਹੈਗਾ ਸਾਡਾ ਕੁਝ ਨਹੀਂ ਵਿਗਾੜ ਸਕਦਾ। ਜੇ ਅਸੀਂ ਆਰਥਿਕ ਤੌਰ ਤੇ ਤਕੜੇ ਹਾਂ ਤਾਂ ਅਸੀਂ ਚੰਗਾ ਭੋਜਨ ਖਾਵਾਂਗੇ, ਚੰਗਾ ਦਵਾਈ ਟ੍ਰੀਟਮੈਂਟ ਲੈ ਲਾਂਗੇ ਤੇ ਸਾਡੇ ਕੋਲੇ ਕਰੋਨਾ ਨਹੀਂ ਲੱਗ ਸਕਦਾ। ਜੇ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਹਾਂ ਤਾਂ ਸਾਡੇ ਕੋਲੇ ਜਿਹੜਾ ਚੰਗਾ ਸੰਤੁਲਿਤ ਭੋਜਨ ਵੀ ਨਹੀਂ ਖਾ ਸਕਾਂਗੇ, ਚੰਗੀਆਂ ਮਤਲਬ ਦਵਾਈਆਂ ਵਗੈਰਾ ਵੀ ਨਹੀਂ ਲੈ ਸਕਾਂਗੇ, ਤੇ ਹੋਰ ਜ਼ਿਆਦਾ ਬਿਮਾਰ ਹੋ ਕੇ ਹੋਰ ਜਿਹੜਾ ਮੌਤ ਦਰ ਵਧੂਗਾ। ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਜਿਹੜਾ ਲਾਕਡਾਊਨ ਹੈ ਇਹਦਾ ਕੋਈ ਹੱਲ ਨਹੀਂ, ਤੇ ਸਰਕਾਰ ਹੈ ਜਿਹੜੇ ਲਾਕਡਾਊਨ ਤੋਂ ਅਸੀਂ ਵਿਰੋਧ ਕਰਦੇ ਹਾਂ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਹੁਣ ਮੋਰਚਾ ਥੋੜਾ ਜਿਹਾ ਠੰਡਾ ਹੋ ਗਿਆ ਜੀ, ਕੋਈ ਵੱਡਾ ਪ੍ਰੋਗਰਾਮ ਹੋ ਸਕਦਾ ਆਉਣ ਦਿਨਾਂ 'ਚ? ਦੇਖੋ, ਇਹ ਵੱਡਾ ਪ੍ਰੋਗਰਾਮ ਹੋ ਸਕਦਾ ਹੈ, ਇਹਦੀਆਂ ਸੰਭਾਵਨਾਵਾਂ ਮੌਜੂਦ ਨੇ, ਪਰ ਜਿੰਨਾ ਚਿਰ ਤੱਕ ਅਸੀਂ ਇਸ ਨੂੰ ਪੈਰਾਂ ਸਿਰ ਨਹੀਂ ਕਰਦੇ ਔਰ ਇਹਦੀ ਦਿਸ਼ਾ ਪੂਰੀ ਤਰ੍ਹਾਂ ਇੱਥੋਂ ਪਹਿਲਾਂ ਆਪਣੇ ਆਪ ਜਦੋਂ ਉਰੇ ਚਹਿਲ ਪਹਿਲ ਹੋਊਗੀ ਮੋਰਚੇ ਦਾ, ਇਹ ਵੀ ਇੱਕ ਵੱਡਾ ਐਕਸ਼ਨ ਹੋਊਗਾ। ਇਹਨਾਂ ਰੋਡਾਂ ਨੂੰ ਰੋਕ ਕੇ ਰੱਖਣਾ, ਜਿੱਥੇ 5 ਮਿੰਟਾਂ ਦੇ ਵਿੱਚ 3 ਕਿਲੋਮੀਟਰ ਲੰਮੀ ਲਾਈਨ ਲੱਗ ਸਕਦੀ ਹੈ, 5 ਮਿੰਟ ਮਤਲਬ ਨੂੰ ਰੁਕ ਜਾਵੇ, ਤਾਂ ਇਹ ਕੋਈ ਆਪਣੇ ਆਪ 'ਚ ਛੋਟਾ ਐਕਸ਼ਨ ਨਹੀਂ। ਦੁਨੀਆ ਦੇ 135 ਕਰੋੜ ਲੋਕਾਂ ਦੀ ਰਾਜਧਾਨੀ, ਜਿਹਦੀ ਆਬਾਦੀ ਵੀ 2 ਕਰੋੜ ਦੇ ਨੇੜੇ ਤੇੜੇ ਹੈ, ਉਹਦੇ ਵਿੱਚ ਨੱਕ 'ਚ ਦਮ ਲਿਆ ਕੇ ਰੱਖਣਾ। ਪਰ ਕੁਝ ਸਮਾਂ ਵੀ ਲੋਕਾਂ ਦੇ ਜਨ ਜੀਵਨ ਵੱਲ ਵੀ ਅਸੀਂ ਧਿਆਨ ਦੇਣਾ, ਕਿਉਂਕਿ ਦਿੱਲੀ ਦੇ ਲੋਕ ਸਾਡੇ ਹਮਾਇਤੀ ਨੇ। ਇਹਨੂੰ ਹੋਰ ਵੀ ਤੰਗ ਕਰ ਸਕਦੇ ਆ, ਦਿੱਲੀ ਦਾ ਕਾਫੀ ਆ, ਪਰ ਇਹਨੂੰ ਜਿਹੜਾ ਰੋਕ ਕੇ ਰੱਖਿਆ ਹੋਇਆ ਹੈ, ਅਸੀਂ ਇਸ ਕਰਕੇ ਰੱਖਿਆ ਹੋਇਆ ਹੈ ਵੀ ਐਕਸ਼ਨ ਜਿਹੜਾ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਮਜ਼ਬੂਤ ਕਰਕੇ ਪੂਰੀ ਤਰ੍ਹਾਂ ਉਹਦੇ ਬਾਰੇ ਰੂਟ ਕਾਜ ਤੈਅ ਕਰਕੇ ਪੂਰਾ ਚਾਕ ਆਊਟ ਕਰਕੇ ਪ੍ਰੋਗਰਾਮ, ਉਹਦੇ ਨਤੀਜੇ ਕੀ ਨਿਕਲਣੇ, ਉਹ ਸਾਰਿਆਂ ਨੂੰ ਧਿਆਨ ਵਿੱਚ ਆਉਣ ਵਾਲੇ ਸਮੇਂ 'ਚ ਐਕਸ਼ਨ ਲੈਣਾ, ਜ਼ਰੂਰ ਲੈਣਾ। ਦੇਖੋ, ਇਸ ਮੋਰਚੇ ਨੂੰ ਇਉਂ ਨਾ ਦੇਖਿਆ ਜਾਵੇ ਕਿ ਅੱਜ ਇਹ ਬੈਰੀਕੇਡ ਤੋੜਦਾ, ਅੱਜ ਦਿੱਲੀ 'ਚ ਵੜਦਾ, ਇਹ ਕੀ ਕਰਦਾ। ਸਾਡਾ ਮਕਸਦ ਹੈ 3 ਕਾਨੂੰਨ ਨੂੰ ਰੱਦ ਕਰਾਉਣਾ ਤੇ ਸਰਕਾਰ ਨੂੰ ਹਰਾਉਣਾ। ਇਹਦੇ ਵਿੱਚ ਮੋਦੀ ਸਰਕਾਰ ਗੱਲਬਾਤ ਬੰਦ ਕਰਕੇ 5 ਸਟੇਟਾਂ 'ਚ ਵੜ ਗਈ ਸੀ ਕਿ ਇਲੈਕਸ਼ਨਾਂ ਜਿੱਤਦੇ ਆ,
ਅਸੀਂ ਫੈਸਲਾ ਕੀਤਾ, ਸਿਆਸੀ ਤੌਰ ਤੇ ਫੈਸਲਾ ਕੀਤਾ, ਪੋਲੀਟੀਕਲ ਤੌਰ ਤੇ ਫੈਸਲਾ ਕੀਤਾ ਕਿ ਭਾਜਦਿਆਂ ਨੂੰ ਬਾਣ ਇੱਕੋ ਹੁੰਦੇ ਆ। ਚਲੋ ਅਸੀਂ ਵੀ ਮੰਗਰ ਗਏ, ਗੋਡੀ ਲਵਾਈ ਆ 4 ਸਟੇਟਾਂ ਦੇ ਵਿੱਚ। ਆ ਹੁਣ ਮੂਹਰੇ ਇਲੈਕਸ਼ਨਾਂ ਫੇਰ ਆਉਣਗੀਆਂ, ਅਸੀਂ ਨਹੀਂ ਕਹਿੰਦੇ ਗੱਲਬਾਤ ਤੋਰੇ। ਇਹ ਇਲੈਕਸ਼ਨਾਂ ਜਿਹੜੀਆਂ ਯੂਪੀ ਦੀਆਂ ਦੂਸਰੇ ਸਟੇਟਾਂ ਦੀਆਂ ਨਾ, ਜਿਵੇਂ ਇੱਥੇ ਸਫਾਇਆ ਕੀਤਾ ਉੱਥੋਂ ਵੀ ਸਫਾਇਆ ਕਰਾਂਗੇ। ਜਦ ਤੱਕ ਮੋਦੀ ਦਾ ਸਫਾਇਆ ਨਹੀਂ ਹੁੰਦਾ, ਜਾਂ ਤਾਂ ਮੋਦੀ ਸਰਕਾਰ ਦਾ, ਬੀਜੇਪੀ ਸਰਕਾਰ ਦਾ ਸਫਾਇਆ ਹੋਊਗਾ, ਜਾਂ ਕਾਨੂੰਨ ਰੱਦ ਹੋਣਗੇ। ਇਹ ਜਿਹੜੀਆਂ ਤੱਤੀਆਂ ਗੱਲਾਂ ਥੋੜਾ ਜਿਹਾ ਮੇਰਾ ਖਿਆਲ ਨਾ ਕਰਿਆ ਕਰੀਏ। ਅਸੀਂ ਬਹੁਤ ਸੰਜਮ ਨਾਲ ਚੱਲ ਰਹੇ ਹਾਂ। ਸਾਨੂੰ ਪਤਾ ਹੈ ਕਿ ਮੋਰਚਾ ਕਿਵੇਂ ਜਿੱਤਣਾ। अगली बैठक कब होगी सर आपके और किसके के साथ होगी? क्या पूरे देश भर के संयुक्त किसान मोर्चा के जो राजस्थान, उत्तर प्रदेश, हरियाणा के उसमें नेता रहेंगे सर? हाँ, क्या दोबारा बोलो? अगली बैठक कब होगी सर? उसमें कहाँ कहाँ के किसान नेता शामिल होंगे? संयुक्त मोर्चे के सभी राज्यों के जो पहला नुमाइंदे यहाँ आते हैं वो सभी शामिल होंगे इसमें। जो परसों रोज को होगी 11 बजे स्टार्ट होगी संयुक्त मोर्चा की मीटिंग। उसमें लगभग हरियाणा, राजस्थान, हाँ जी, हाँ, केरला, महाराष्ट्र, सब जहाँ जहाँ से नुमाइंदे पहला आते हैं और जहाँ सबसे ज़्यादा काम चल रहे हैं सब इसके नुमाइंदे हैं वो आएंगे। और हमारी 10 तारीख को कन्वेंशन करने की भी यहाँ पर पहले से फैसला हुआ है। उसका जो आखिरी फैसला 7 तारीख को होगा भी, कैसे कैसे उसको लिया जाएगा, वो भी हमारा नेक्स्ट जो प्रोग्राम है। सो अब मैं आप सबसे आपका सबका धन्यवाद। जाके महापंचायत भी की है, जिस तरह हुण 4 स्टेटां दे विच बीजेपी नूं हार दा मूंह देखना पिया, ਤਾਂ यूपी ਦੇ ਵਿੱਚ ਵੀ ਤੁਹਾਡੇ ਵੱਲੋਂ ਜਾਣਗੇ ਉਸੇ ਤਰ੍ਹਾਂ ਪ੍ਰਚਾਰ ਕਰਨ ਲਈ ਜਿਸ ਤਰ੍ਹਾਂ ਤੁਸੀਂ ਬੰਗਾਲ ਦੇ ਵਿੱਚ ਗਏ ਸੀ? ਦੇਖੋ, ਅਸੀਂ ਬੰਗਾਲ ਦੇ ਵਿੱਚ ਗਏ ਆ ਫੈਸਲਾ ਕਰਕੇ, ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਹੈ। ਉਹਦੇ ਵਿੱਚ ਅਸੀਂ ਸ਼ਾਮਲ ਹਾਂ, ਕਈ ਸਾਥੀ ਜਿਹੜੇ ਬੰਗਾਲ ਜਾ ਕੇ ਆਏ ਆ ਤੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਉੱਥੇ ਦਾ। ਔਰ ਲੋਕਾਂ ਨੇ ਸਾਡੀ ਗੱਲ ਪ੍ਰਵਾਨ ਕੀਤੀ। ਅਸੀਂ ਕਿਹਾ ਵੀ ਕਿਸਾਨ ਅੰਦੋਲਨ ਹੈ ਜਿਹੜਾ, ਜੇਕਰ ਤੁਸੀਂ ਇਹ ਬੀਜੇਪੀ ਨੂੰ ਹਰਾਓਗੇ ਤਾਂ ਤੁਹਾਡੀ ਉਸ ਨੂੰ ਸਫਲਤਾ ਵੱਲ ਤੁਹਾਡਾ ਇੱਕ ਕਦਮ ਹੋਏਗਾ। ਇਸ ਲਈ ਇਹਦੇ ਯੂਪੀ ਦੇ ਵਿੱਚ ਜਾਂ ਹੋਰ ਕਿਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤਾਂ ਸੰਯੁਕਤ ਮੋਰਚਾ ਹੀ ਸਮਰਥ ਹੈ ਉਹਦੇ ਵਾਸਤੇ ਫੈਸਲਾ ਲੈਣ ਦੇ ਵਿੱਚ। ਇਹ ਜਲਦਬਾਜ਼ੀ ਨਹੀਂ ਕੀਤੀ ਜਾਏਗੀ, ਮੌਕੇ ਤੇ ਤੈਅ ਕੀਤਾ ਜਾਏਗਾ। ਮਮਤਾ ਬੈਨਰਜੀ ਜਿੱਤੀ ਹੈਗੀ ਆ ਤਾਂ ਕਿਸਾਨਾਂ ਨੇ ਵੱਡਾ ਸਮਰਥਨ ਵੀ ਕੀਤਾ, ਲੱਡੂ ਵੀ ਇੱਥੇ ਵੰਡੇ ਨੇ। ਕੀ ਮਮਤਾ ਬੈਨਰਜੀ ਆ ਕੇ ਤੁਹਾਡਾ ਸਹਿਯੋਗ ਕਰੂਗੀ ਫਿਰ? ਦੇਖੋ, ਇਹ ਸਾਡੀ ਕੋਈ, ਅਸੀਂ ਕਿਸੇ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਰੱਖਦੇ ਕਿ ਅਸੀਂ ਉਹਦਾ ਸਮਰਥਨ ਮਮਤਾ ਬੈਨਰਜੀ ਦਾ ਨਹੀਂ ਕੀਤਾ। ਅਸੀਂ ਵਿਰੋਧ ਕੀਤਾ ਬੀਜੇਪੀ ਦੀਆਂ ਨੀਤੀਆਂ ਦਾ, ਤੇ ਤਾਂ ਕਿ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਏ। ਅਸੀਂ ਉਸ ਵਾਸਤੇ ਗਏ ਸੀ। ਉਹਦੇ 'ਚ ਕੌਣ ਜਿੱਤਦਾ ਹੈ ਅਸੀਂ ਸੋਚਿਆ ਸੀ ਜਿਹੜਾ ਵੀ ਮਰਜ਼ੀ ਜਿੱਤੇ, ਪਰ ਬੀਜੇਪੀ ਹਾਰਨੀ ਚਾਹੀਦੀ। ਲਾਸਟ ਸਵਾਲ ਹੈ ਇੱਕ, ਜਿਵੇਂ ਪੰਜਾਬ ਦੇ ਕਲਾਕਾਰਾਂ ਨਾਲ ਪਹਿਲਾਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਕਾਫੀ ਸ਼ਮੂਲੀਅਤ ਰਹੀ, ਜਿੱਥੇ ਨੌਜਵਾਨ ਵੱਧ ਆਉਂਦੇ ਰਹੇ ਆ। ਹੁਣ ਕਲਾਕਾਰਾਂ ਨੂੰ ਹਟ ਗਏ ਜੀ, ਨੌਜਵਾਨਾਂ ਦੀ ਵੀ ਗਿਣਤੀ ਘਟੀ ਆ। ਕੀ ਹੁਣ ਕੋਈ ਗੱਲਬਾਤ ਤੁਹਾਡੀ ਮੀਟਿੰਗ ਵਗੈਰਾ ਹੋਈ ਹੈ ਕਲਾਕਾਰਾਂ ਦੀ ਜਥੇਬੰਦੀ ਨਾਲ ਵੀ ਇੱਥੇ ਹੋਰ ਕਿਉਂਕਿ ਜੇ ਕਲਾਕਾਰ ਆਉਣਗੇ ਤਾਂ ਨੌਜਵਾਨ ਵਰਗ ਵੱਧ ਆਊਗਾ ਜੀ? ਦੇਖੋ, ਉਹਨਾਂ ਦਾ ਉਹ ਲਗਾਤਾਰ ਸਾਡੇ ਸੰਪਰਕ 'ਚ ਨੇ। ਜਦੋਂ ਵੀ ਲੋੜ ਹੁੰਦੀ ਹੈ ਟਿਕਰੀ ਤੇ ਇੱਥੇ ਸਟੇਜ ਤੇ ਲਗਾਤਾਰ ਹਰ ਹਫ਼ਤੇ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਕਲਾਕਾਰ ਦਾ ਪ੍ਰੋਗਰਾਮ ਹੁੰਦਾ ਹੈ। ਉਹ ਲਗਾਤਾਰ ਸਾਡੇ ਸੰਪਰਕ 'ਚ ਨੇ। ਵੈਸੇ ਹੀ ਕਿਉਂਕਿ ਇੰਨਾ ਲੰਮਾ ਚੱਲ ਰਿਹਾ ਸਾਡਾ ਅੰਦੋਲਨ, ਇਹਦੇ ਵਿੱਚ ਕਈ ਵਾਰੀ ਆਪ ਵੀ ਤਾਂ ਪ੍ਰੈਸ ਕਾਨਫਰੰਸ 'ਚ ਕਈ ਦਿਨਾਂ ਬਾਅਦ ਜਹਾਂ ਆਪਾਂ ਮਿਲੇ ਆਪ 'ਚ, ਇਸ ਕਰਕੇ ਐਸੀ ਗੱਲ ਹੋ ਜਾਂਦੀ ਹੈ। ਉਹਨਾਂ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ। ਅਸੀਂ ਲਗਾਤਾਰ ਉਹਨਾਂ ਨਾਲ ਸੰਪਰਕ 'ਚ, ਉਹ ਸਾਡੇ ਆਉਂਦੇ ਰਹਿਣਗੇ ਯਾਰ, ਪੂਰਾ ਤਾਲਮੇਲ ਹੈ। ਧੰਨਵਾਦ। ਇਸ ਲਈ ਸਾਰੇ ਮੀਡੀਆ ਕਰਮੀਆਂ ਦਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।